एको ओंकार सतनाम करता पुरख निरभउ निर्वैर अकाल मूरत आजुनी सैभं गुर प्रसाद जिता जियो पिंड सब तेरा तू अंतर जामी पुरख भगवान दासन दास कहे जन नानक जिहा तू कराहे तेहा हाँ करई वखियान दासन दास कहे जन नानक जिहा तू कराहे तेहा हाँ करई वखियान। धन धन सतगुरु गुरु हरकृष्ण साहिब महाराज पातशाह तिन्हां दे पावन पवित्र बख्शिश भरे अस्थान गुरुद्वारा बंगला साहिब विखे धन धन साहिब श्री गुरु ग्रंथ साहिब पातशाह महाराज दे हजूर जो लंबे अरसे तो सतगुरां दे पावन पवित्र शब्द दी विचार श्रवण करते आ रहे हाँ। चल रही लड़ी अनुसार भट्ट साहिबान दे सवैये जिन्हां विचों 14वां सवैया भट्ट नल साहिब जी दा ये पहला सवैया जिस दा मूल पाठ आप जी नूं बड़े ही प्यार दे नाल सत्कार सन्मानयोग सिंह साहिब ज्ञानी रणजीत सिंह जी इस पावन अस्थान दे हैड ग्रंथी साहिबान तिन्हां ने श्रवण करवाया है। आओ इस पावन पवित्र सवैये दी विचार पर आरंभ करिए। नचीज दासरे नूं असीस बख्शिश करदियां गुर फतेह प्रवान करो ते आखो जी वाहिगुरु जी का खालसा वाहिगुरु जी की फतेह। भट्ट साहिबान ने धन गुरु रामदास पातशाह जी दी उपमा विच सतगुरां दी उस्तत दे विच जो सब तो प्रथम बचन साडी झोली विच पाए सानू समझाया। सतगुर नाम एक लिव मन जपै दृढ़ तिन जन दुख पाप कहो कत होवै जियो। साहब ने ये बचन साडी झोली च पाए सानू समझाउण दा यतन कीता भी जेड़ा भी मनुख सतगुरु दा नाम लिवता दे नाल लगन दे नाल एकाग्र चित होके सावधान होके मन करके जपदा है ध्याउंदा है उहदे अंदर दृढ़ता है। जिस नाम नूं जिस सतगुरु दे शब्द नूं वो अपने हिरदे दे विच ध्या रहा है जप रहा है फिर उहदे अगे रिजल्ट दी गल कीती कहंदे भी उस जन दे जीवन विच उस सेवक दी जिंदगी दे विच दुख पाप विपता मुसीबत तकलीफ इत्यादि ये समा उहदे जीवन विच नहीं। भाव वो अध्यात्मिकी तौर ते आत्मिक तौर ते इन्ना बलवान हो गया सतगुरु दे शब्द ने उहदे जीवन दे अंदर इन्ना रस इन्ना आनंद भर दिता भी वो कदे भी कैसा भी उहदे ते समा आ गया कैसा भी दुख आ गया विपता दा समा आ गया कैसा भी
ਉਹ ਆਪਣੇ ਆਪ ਨੂੰ ਡਲਾਉਂਦਾ ਨਹੀਂ, ਆਪਣੇ ਆਪ ਨੂੰ ਉਹ ਗੁਰੂ ਦੇ ਸ਼ਬਦ ਤੋਂ ਲਾਂਭੇ, ਗੁਰੂ ਦੇ ਮਾਰਗ ਤੋਂ ਪਾਸੇ ਨਹੀਂ ਹੁੰਦਾ। ਉਹਦੇ ਜੀਵਨ ਦੇ ਅੰਦਰ ਜਿਹੜੀ ਹਾਏ ਹਾਏ ਵਾਲੀ ਬਿਰਤੀ ਹੈ ਵੀ ਹਾਏ ਦੁੱਖ ਆ ਗਿਆ, ਇਹ ਨੁਕਸਾਨ ਹੋ ਗਿਆ, ਇਸ ਤਰ੍ਹਾਂ ਹੋ ਗਿਆ, ਉਹਨੂੰ ਉਹ ਖਤਮ ਕਰ ਦਿੰਦਾ ਹੈ। ਭੱਟ ਸਾਹਿਬਾਨ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਦੀ ਉਪਮਾ ਵਿੱਚ ਵੀ ਸਤਿਗੁਰੂ ਦੇ ਨਾਮ ਨੂੰ ਜਿਸ ਵੀ ਮਨੁੱਖ ਨੇ ਐਨ ਲਗਨ ਦੇ ਨਾਲ, ਲਿਵ ਦੇ ਨਾਲ, ਕਿਉਂਕਿ ਭਾਵੇਂ ਜ਼ੁਬਾਨ ਕਰਕੇ ਬੰਦਾ ਕੁਝ ਵੀ ਆਖਦਾ ਰਹੇ, ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਨੇ ਬੜੇ ਪਿਆਰ ਨਾਲ ਸਾਨੂੰ ਹਰ ਰੋਜ਼ ਸਮਝਾਉਂਦੇ ਵੀ ਸਾਚੀ ਲਿਵੈ ਬਿਨ ਦੇਹ ਨਿਮਾਨੀ। ਸਾਹਿਬ ਕਹਿੰਦੇ ਲਿਵ, ਲਗਨ, ਮੁਹੱਬਤ, ਪ੍ਰੇਮ, ਪਿਆਰ ਭਾਵੇਂ ਕਿਸੇ ਨਾਲ ਵੀ ਹੋਵੇ, ਉਹ ਦੁਨੀਆ ਦੇ ਕਿਸੇ ਰਿਸ਼ਤੇ ਦੇ ਨਾਲ, ਕਿਸੇ ਨਾਤੇ ਦੇ ਨਾਲ, ਹੋਰ ਅਸੀਂ ਸਮਾਜ ਵਿੱਚ ਵੇਖਦੇ ਹਾਂ। ਪਰ ਸਾਹਿਬ ਕਹਿੰਦੇ ਵੀ ਸਾਚੀ ਲਿਵੈ ਬਿਨ ਦੇਹ ਨਿਮਾਨੀ। ਜੇਕਰ ਉਸ ਲਿਵ ਦੇ ਅੰਦਰ ਪਰਮਾਤਮਾ ਨੂੰ ਮਾਨੋ ਕੋਈ ਪਿਆਰ ਕਰਨਾ ਚਾਹੁੰਦਾ ਹੈ, ਪ੍ਰੇਮ ਕਰਨਾ ਚਾਹੁੰਦਾ ਹੈ, ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਤੇ ਉਹਦੇ ਵਾਸਤੇ ਉਹ ਕੇਵਲ ਔਰ ਕੇਵਲ ਆਪਣੀ ਜ਼ੁਬਾਨ ਤੋਂ ਕੁਝ ਆਖਦਾ ਹੋਵੇ, ਉਹਦੇ ਦਿਲ ਵਿੱਚ ਕੁਝ ਹੋਰ ਹੋਵੇ, ਜਿਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਵੀ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਹਦੀ ਜ਼ੁਬਾਨ ਤੇ ਸ਼ਬਦ ਪਰਮਾਤਮਾ ਦੇ ਪ੍ਰਥਾਏ ਹੋਣ, ਉਹ ਅਕਾਲ ਪੁਰਖ ਦਾ ਨਾਮ ਜਪਦਾ ਹੋਵੇ, ਰੱਬ ਦੇ ਨਾਮ ਦੀ ਉਸਤਤ ਕਰਦਾ ਹੋਵੇ, ਪਰ ਜਿਹੜੀ ਸਾਚੀ ਲਿਵੈ ਬਿਨ ਦੇਹ ਨਿਮਾਣੀ, ਉਹਦੇ ਅੰਦਰ ਉਹਦਾ ਮਨ, ਉਹਦਾ ਹਿਰਦਾ ਪਰਮਾਤਮਾ ਦੇ ਨਾਮ ਤੋਂ ਵੱਖਰਾ ਹੋਵੇ, ਵਾਹਿਗੁਰੂ ਦੇ ਨਾਮ ਤੋਂ ਵੱਖਰਾ ਹੋਵੇ। ਸਾਹਿਬ ਕਹਿੰਦੇ ਵੀ ਨਾਮ ਉਹ ਕਿੰਨਾ ਵੀ ਜਪਦਾ ਰਵੇ, ਆਪਣੀ ਜ਼ੁਬਾਨ ਤੋਂ ਵਾਹਿਗੁਰੂ ਸ਼ਬਦ ਆਖਦਾ ਹੋਵੇ, ਖੁਦਾ ਆਖਦਾ ਹੋਵੇ, ਰਾਮ ਆਖਦਾ ਹੋਵੇ, ਕੋਈ ਵੀ ਸ਼ਬਦ ਉਹ ਆਪਣੀ ਜ਼ੁਬਾਨ ਤੋਂ ਉਚਾਰਦਾ ਹੋਏ, ਪਰ ਜੇ ਮੁਖ ਵਿੱਚ ਕੁਝ ਹੋਰ, ਮਨ ਵਿੱਚ ਕੁਝ ਹੋਰ ਹੈ, ਤੇ ਫਿਰ ਸਾਹਿਬ ਦੀ ਬਾਣੀ ਕਹਿੰਦੀ ਵੀ ਉਹਨਾਂ ਦਾ ਜੀਵਨ ਕੱਚਾਈ ਵਾਲਾ ਕੱਚਾ ਜੀਵਨ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਜੇਕਰ ਹਿਰਦੇ ਦੇ ਅੰਦਰ ਸੱਚੀ ਲਿਵ ਪਰਮਾਤਮਾ ਪ੍ਰਤੀ ਲੱਗ ਜਾਏ, ਜੇਕਰ ਇੱਕ ਵਾਰ ਹਿਰਦੇ ਕਰਕੇ, ਮਨ ਕਰਕੇ ਪਰਮਾਤਮਾ ਨਾਲ ਦ੍ਰਿੜਤਾ ਬਣ ਜਾਏ, ਫਿਰ ਉਹਦੇ ਜੀਵਨ ਅੰਦਰ ਕੈਸਾ ਵੀ ਸਮਾਂ ਆਏ। ਤੇ ਅਸੀਂ ਤੇ ਸਤਿਗੁਰੂ ਦੀ ਬਾਣੀ ਵਿੱਚ ਪੜ੍ਹਦੇ ਹਾਂ, ਮਹਾਰਾਜ ਨੇ ਸਾਨੂੰ ਸਬਕ ਹੀ ਇਹ ਦਿੱਤਾ, ਸਾਹਿਬ ਨੇ ਸਾਨੂੰ, ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ। ਮਹਾਰਾਜ ਕਹਿੰਦੇ ਵੀ ਜਿਹੜਾ ਸਤਿਗੁਰ ਨਾਮ ਏਕ ਲਿਵ ਮਨ ਜਪੈ, ਜਿਹੜਾ ਦ੍ਰਿੜਤਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਕਰਤੇ ਪੁਰਖ ਨੂੰ ਆਰਾਧਦਾ ਹੈ। ਹੁਣ ਭਾਵਾਂ ਕਿ ਅਸੀਂ ਹਰ ਰੋਜ਼ ਇਸ ਪਾਵਨ ਅਸਥਾਨ ਤੋਂ ਕਥਾ ਸੁਣਦੇ ਹਾਂ, ਸਤਿਗੁਰੂ ਦੀ ਬਾਣੀ ਵਿੱਚੋਂ ਅਸੀਂ ਪੜ੍ਹਦੇ ਹਾਂ, ਵਿਚਾਰਦੇ ਹਾਂ ਵੀ ਗੁਰੂ ਦਾ ਇੱਕ ਕਰਮ ਹੈ, ਔਰ ਉਹ ਇਸ ਸੰਸਾਰ ਦੇ ਅੰਦਰ ਆਪਣੇ ਸਿੱਖ ਦੇ ਅੰਦਰ ਦੀ ਜਿਹੜੀ ਭਰਮਣਾ ਹੈ, ਜੋ ਭਟਕਣਾ ਹੈ, ਜੋ ਸ਼ੰਕਾ ਹੈ, ਦੁਬਦਾ ਹੈ, ਉਸ ਨੂੰ ਖਤਮ ਕਰ ਦਿੰਦਾ ਹੈ। ਤੇ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਵੀ ਗੁਰੂ ਵੀ ਮੇਰੇ ਜੀਵਨ ਵਿੱਚ ਐਸਾ ਹੋਵੇ, ਇਹ ਨਹੀਂ ਵੀ ਜਿਹੜਾ ਕੇਵਲ ਔਰ ਕੇਵਲ ਮੇਰੇ ਤੋਂ ਕਿਸੇ ਹੋਰ ਪਰਥਾਏ ਕੁਝ ਸ਼ਬਦ ਕਹਾਵੇ ਜਾਂ ਆਪਣੀ ਵਡਿਆਈ, ਆਪਣੀ ਸ਼ੋਭਾ ਲੋਚਦਾ ਹੋਵੇ, ਐਸਾ ਨਹੀਂ। ਮਹਾਰਾਜ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਹੀਐ। ਜਿਸ ਗੁਰੂ ਨੂੰ ਮਿਲ ਕੇ ਮਨ ਅੰਦਰ ਆਨੰਦ ਪੈਦਾ ਹੋ ਜਾਏ, ਜਿਸ ਗੁਰੂ ਨੂੰ ਮਿਲਦਿਆਂ ਹਿਰਦੇ ਦੇ ਅੰਦਰ ਇੱਕ ਵਾਰ ਐਸਾ ਤਾਂਗ ਪੈਦਾ ਹੋਵੇ ਵੀ ਇਸ ਗੁਰੂ ਦੇ ਰਾਹੀਂ ਪਰਮਾਤਮਾ ਦਾ ਮਿਲਾਪ, ਕਿਉਂਕਿ ਗੁਰੂ ਦਾ ਤੇ ਸੁਭਾਅ ਹੈ ਨਾ, ਔਰ ਗੁਰੂ ਤੋਂ ਬਗੈਰ ਜੇ ਕੋਈ ਚਾਹੇ ਵੀ ਮੈਂ ਪਰਮਾਤਮਾ ਪ੍ਰਾਪਤ ਕਰ ਲਵਾਂ, ਮੈਨੂੰ ਗੁਰੂ ਦੀ ਪ੍ਰਾਪਤੀ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏ, ਤੇ ਸਤਿਗੁਰੂ ਰਾਮਦਾਸ ਸਾਹਿਬ ਨੇ ਉਹ ਵੀ ਸ਼ਬਦ ਸਾਡੀ ਝੋਲੀ ਵਿੱਚ ਪਾਏ। ਮਹਾਰਾਜ ਕਹਿੰਦੇ ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਵਿਚੋਲਾ ਆਪਣੇ ਜੀਵਨ ਦੇ ਅੰਦਰ ਮੈਂ ਗੁਰੂ ਨੂੰ ਧਾਰਨ ਕੀਤਾ, ਔਰ ਉਹੀ ਗੁਰੂ ਨੇ ਮੈਨੂੰ ਪਰਮਾਤਮਾ ਦੇ ਘਰ ਤੱਕ, ਕਰਤੇ ਪੁਰਖ ਦੇ ਘਰ ਤੱਕ, ਵਾਹਿਗੁਰੂ ਦੇ ਘਰ ਤੱਕ ਲੈ ਕੇ ਜਾਣਾ। ਜੇ ਮੈਂ ਕਹਾ ਕਿ ਗੁਰੂ ਤੋਂ ਲਾਂਭੇ ਹੋ ਕੇ, ਗੁਰੂ ਤੋਂ ਪਾਸੇ ਹੋ ਕੇ ਮੈਂ ਪਰਮਾਤਮਾ ਨੂੰ ਮਿਲਣਾ, ਤੇ ਨਹੀਂ। ਜੇ ਮੈਂ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਤੇ ਸਾਹਿਬ ਨੇ ਕਿਹਾ ਵੀ ਜਿਨ੍ਹਾਂ ਨੇ ਸਤਿਗੁਰੂ ਦੇ ਨਾਮ ਨਾਲ ਲਿਵ ਜੋੜੀ ਹੈ ਨਾ, ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ ਸੇ ਪੂਰੇ ਪ੍ਰਧਾਨ। ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਆਪਣਾ ਚਿੱਤ ਜੋੜਿਆ ਹੈ, ਜਿਨ੍ਹਾਂ ਨੇ ਗੁਰੂ ਦੇ ਨਾਲ ਆਪਣਾ ਹਿਰਦਾ ਜੋੜਿਆ, ਸਾਹਿਬ ਕਹਿੰਦੇ ਉਹਨਾਂ ਦਾ ਜੀਵਨ ਬੜਾ ਉੱਚਾ, ਬੜਾ ਪਵਿੱਤਰ ਹੋ ਗਿਆ, ਔਰ ਉਹਨਾਂ ਨੇ ਆਪਣੇ ਜੀਵਨ ਦੇ ਅੰਦਰੋਂ ਭਾਵ ਵੀ ਖਤਮ ਕਰ ਦਿੱਤਾ। ਉਹਨਾਂ ਨੂੰ ਗੁਰੂ ਨੇ ਸਮਝਾਇਆ ਵੀ ਇੱਕ ਨਾਮ ਦੇ ਨਾਲ ਲਿਵ ਜਾਣੀ ਹੈ।
ਇੱਕ ਨਾਮ ਦੇ ਨਾਲ ਦ੍ਰਿੜਤਾ ਦੇ ਨਾਲ ਪਰਮਾਤਮਾ ਦੇ ਸ਼ਬਦ ਵਿੱਚ ਆਪਣਾ ਮਨ ਜੋੜਨਾ ਹੈ। ਜਿਨ ਸਤਿਗੁਰ ਸਿਉ ਚਿਤ ਲਾਇਆ ਤਿਨੀ ਦੂਜਾ ਭਾਉ ਝੁਕਾਇਆ, ਨਿਰਮਲ ਜੋਤ ਤਿਨ ਪ੍ਰਾਨੀਆਂ ਉਹ ਚੱਲੇ ਜਨਮ ਸਵਾਰ ਜੀਓ। ਜਿਨ੍ਹਾਂ ਨੇ ਆਪਣਾ ਚਿੱਤ ਸਤਿਗੁਰੂ ਨਾਲ ਜੋੜਿਆ ਹੈ ਨਾ, ਸਾਹਿਬ ਕਹਿੰਦੇ ਉਹਨਾਂ ਆਪਣੇ ਹਿਰਦੇ ਦੇ ਵਿੱਚੋਂ ਦੂਜਾ ਭਾਉ ਜਿਹੜਾ ਉਹ ਖਤਮ ਕਰ ਲਿਆ, ਮੁਕਾ ਦਿੱਤਾ, ਮਿਟਾ ਦਿੱਤਾ। ਤੇ ਫਿਰ ਤੀਜੀ ਗੱਲ ਕਹਿੰਦੇ ਨਿਰਮਲ ਜੋਤ ਤਿਨ ਪ੍ਰਾਨੀਆਂ, ਉਹਨਾਂ ਦੀ ਜਿਹੜੀ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਉਹਨਾਂ ਅੰਦਰ ਤਾਂਘ ਪੈਦਾ ਹੋਇਆ ਸੀ, ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਤੇ ਤੁਰਨ ਦੀ ਉਹਨਾਂ ਦੀ ਤਾਂਘ, ਤੇ ਸਾਹਿਬ ਕਹਿੰਦੇ ਆਪਣਾ ਜੀਵਨ ਆਪਣਾ ਜਨਮ ਸਵਾਰ ਕੇ ਪਰਮਾਤਮਾ ਦੇ ਘਰ ਤੱਕ, ਨਿਰੰਕਾਰ ਦੇ ਘਰ ਤੱਕ ਪਹੁੰਚਦੇ ਨੇ। ਔਰ ਜਿਹੜੇ ਜਿਹੜੇ ਸਤਿਗੁਰੂ ਦੇ ਨਾਮ ਤੋਂ ਸਖਣੇ ਰਹਿ ਗਏ, ਸਤਿਗੁਰੂ ਅਮਰਦਾਸ ਪਾਤਸ਼ਾਹ ਨੇ 8 ਪੰਕਤੀਆਂ ਸਾਡੀ ਝੋਲੀ ਵਿੱਚ ਪਾਈਆਂ। 4 ਪੰਕਤੀਆਂ ਪਹਿਲੀਆਂ ਉਹਨਾਂ ਦੇ ਪਰਥਾਏ ਨੇ ਜਿਨ੍ਹਾਂ ਨੇ ਸਤਿਗੁਰੂ ਨਾਲ ਚਿੱਤ ਨਹੀਂ ਜੋੜਿਆ, ਸਤਿਗੁਰੂ ਦੇ ਨਾਮ ਨੂੰ ਜਪਿਆ ਨਹੀਂ। ਤੇ ਅੰਤਲੀਆਂ 4 ਪੰਕਤੀਆਂ ਉਹਨਾਂ ਪਰਥਾਏ ਜਿਹੜੇ ਸਤਿਗੁਰੂ ਨਾਲ ਆਪਣੀ ਸੁਰਤ ਜੋੜ ਕਰਤੇ ਪੁਰਖ ਵਾਹਿਗੁਰੂ ਦੀ ਇਬਾਦਤ, ਪਰਮਾਤਮਾ ਦੀ ਇਬਾਦਤ ਵਾਲੇ ਪਾਸੇ ਤੁਰ ਪਏ। ਪਹਿਲੀ ਗੱਲ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਤਿਗੁਰ ਸਿਉ ਚਿਤ ਨਾ ਲਾਇਓ, ਨਾਮ ਨਾ ਵਸਿਓ ਮਨ ਆਏ। ਹੁਣ ਇੱਥੇ ਸਾਹਿਬ ਨੇ ਕਿਹਾ ਵੀ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ। ਇਹ ਤੇ ਉਹ ਹੈ ਨਾ ਵੀ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਦ੍ਰਿੜਤਾ ਦੇ ਨਾਲ ਮਨ ਵਿੱਚ ਵਸਾਇਆ, ਧਾਰਨ ਕੀਤਾ ਹੈ। ਤੇ ਜਿਹੜੇ ਕਰਤੇ ਪੁਰਖ ਦੇ ਨਾਮ ਤੋਂ ਸਖਣੇ ਰਹਿ ਗਏ, ਜਿਨ੍ਹਾਂ ਨੇ ਪਰਮਾਤਮਾ ਦੇ ਸ਼ਬਦ ਨੂੰ ਪੜ੍ਹਨਾ ਨਹੀਂ, ਸੁਣਨਾ, ਵਿਚਾਰਨਾ, ਸਾਹਿਬ ਕਹਿੰਦੇ ਸਤਿਗੁਰੂ ਦੇ ਨਾਮ ਨੂੰ ਜਿਨ੍ਹਾਂ ਜਪਿਆ ਹੀ ਨਹੀਂ, ਸਤਿਗੁਰ ਸਿਉ ਚਿੱਤ ਨਾ ਲਾਇਓ, ਨਾਮ ਨਾ ਵਸਿਓ ਮਨ ਆਏ, ਉਹਨਾਂ ਦੇ ਹਿਰਦਿਆਂ ਦੇ ਵਿੱਚ ਕਦੇ ਨਾਮ ਨਹੀਂ ਵਸ ਸਕਦਾ ਜਿਹੜੇ ਸਤਿਗੁਰੂ ਨਾਲ ਚਿੱਤ ਨਹੀਂ ਜੋੜਦੇ, ਜਿਹੜੇ ਸਤਿਗੁਰੂ ਦੇ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਇਕਾਗਰ ਨਹੀਂ ਕਰਦੇ। ਤੇ ਅਸੀਂ ਤੇ ਹਰ ਰੋਜ਼ ਸੁਖਮਨੀ ਸਾਹਿਬ ਦੀ ਬਾਣੀ ਚੋਂ ਪੜ੍ਹਦੇ ਆ। ਮੇਰਾ ਮਾਲਕ ਰੋਜ਼ ਸਾਨੂੰ ਸਮਝਾਉਂਦਾ ਹੈ ਵੀ ਜੇ ਪਰਮਾਤਮਾ ਦੀ ਉਸਤਤ ਕਰਨਾ ਚਾਹੁੰਦੇ ਹੋ ਨਾ, ਜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਜਾਂ ਪਰਮਾਤਮਾ ਦਾ ਨਾਮ ਜਪਣਾ ਚਾਹੁੰਦੇ ਹੋ, ਇਬਾਦਤ ਕਰਨੀ ਚਾਹੁੰਦੇ ਹੋ, ਭਗਤੀ ਦੀ ਤਾਂਘ ਤੁਹਾਡੇ ਹਿਰਦਿਆਂ 'ਚ ਪੈਦਾ ਹੋਈ ਹੈ, ਤੇ ਮਹਾਰਾਜ ਤੇ ਰੋਜ਼ ਆਖਦੇ ਵੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਤੇਰੇ ਅੰਦਰ ਇਕਾਗਰਤਾ ਹੋਵੇ, ਸਾਵਧਾਨਤਾ ਹੋਵੇ, ਸੁਚੇਤ ਹੋ ਕੇ ਤੂੰ ਰੱਬ ਦੀ ਇਬਾਦਤ ਬੰਦਗੀ ਕਰ ਸਕੇ, ਤੂੰ ਕਥਾ ਕੀਰਤਨ ਸਾਵਧਾਨ ਹੋ ਕੇ ਸੁਣ ਸਕੇ, ਤੇਰੇ ਉਹ ਜੋ ਅਸੀਂ ਸਤਿਗੁਰੂ ਦੀ ਬਾਣੀ ਵਿੱਚੋਂ ਪੜ੍ਹਦੇ ਸਾਨੂੰ ਸਮਝ ਪੈ ਸਕੇ। ਹੁਣ ਮਹਾਰਾਜ ਕਹਿੰਦੇ ਸਤਿਗੁਰ ਸਿਉ ਚਿੱਤ ਨਾ ਲਾਇਓ, ਨਾਮ ਨਾ ਵਸਿਓ ਮਨ ਆਏ, ਤ੍ਰਿਗ ਅਵੇਹਾ ਜੀਵਿਆ ਕਿਆ ਜੁਗਮਹਿ ਪਾਇਆ ਆਏ। ਸਾਹਿਬ ਕਹਿੰਦੇ ਵੀ ਉਹਨਾਂ ਦਾ ਤੇ ਜੀਵਿਆ, ਉਹਨਾਂ ਦਾ ਇਸ ਸੰਸਾਰ ਦੇ ਅੰਦਰ ਜੀਵਨ ਬਤੀਤ ਕੀਤਾ, ਤ੍ਰਿਗ ਹੈ ਲਾਹਨਤ ਜੋਗ ਫਿਟਕਾਰ ਵਾਲਾ ਜੀਵਨ। ਤੇ ਕਿਆ ਜੁਗਮਹਿ ਪਾਇਆ ਆਏ, ਤੇ ਜੁਗ ਵਿੱਚ ਆ ਕੇ, ਜਗਤ ਵਿੱਚ ਆ ਕੇ, ਸੰਸਾਰ ਵਿੱਚ ਆ ਕੇ ਪ੍ਰਾਪਤ ਕੀ ਕੀਤਾ, ਲਾਭ ਕੀ ਪ੍ਰਾਪਤ ਕੀਤਾ ਜੇ ਸਤਿਗੁਰੂ ਨਾਲ ਚਿੱਤ ਨਹੀਂ ਜੋੜਿਆ, ਜੇ ਸਤਿਗੁਰੂ ਦੇ ਸ਼ਬਦ ਨੂੰ ਸੁਣਿਆ ਨਹੀਂ। ਤੇ ਤੀਜੀ ਪੰਕਤੀ ਵਿੱਚ ਕਹਿੰਦੇ ਮਾਇਆ ਖੋਟੀ ਰਾਸ ਹੈ, ਏਕ ਚਸੇ ਮਹਿ ਪਾਜ ਲਹਿ ਜਾਏ। ਹੁਣ ਜਿਹੜੇ ਸੰਸਾਰ ਦੇ ਪਦਾਰਥਾਂ ਮਗਰ ਅਸੀਂ ਭਜਦੇ ਆ, ਜਿਨ੍ਹਾਂ ਮਗਰ ਅਸੀਂ ਆਪਣਾ ਚਿੱਤ ਜੋੜਿਆ, ਜਿਨ੍ਹਾਂ ਦੇ ਨਾਲ ਅਸੀਂ ਆਪਣੀ ਸੁਰਤ ਜੋੜੀ, ਸਾਹਿਬ ਕਹਿੰਦੇ ਇੱਕ ਚਸੇ ਦੇ ਵਿੱਚ ਇਹ ਪਾਜ ਉਗੜ ਜਾਂਦਾ ਹੈ। ਮਾਇਆ ਖੋਟੀ ਰਾਸ ਹੈ, ਏਕ ਚਸੇ ਮਹਿ ਪਾਜ ਲਹਿ ਜਾਏ, ਹੱਥੋਂ ਛੁੜਕੀ ਤਨ ਛਾਹ ਹੋਏ, ਬਦਨ ਜਾਏ ਕੁਮਲਾਏ। ਇਹ ਤੇ 4 ਪੰਕਤੀਆਂ ਉਹਨਾਂ ਪ੍ਰਤੀ ਸਨ ਜਿਹੜੇ ਸਤਿਗੁਰੂ ਨਾਲ ਚਿੱਤ ਜੋੜਦੇ ਨਹੀਂ, ਪਰਮਾਤਮਾ ਦੀ ਇਬਾਦਤ ਭਗਤੀ ਵਾਲੇ ਪਾਸੇ ਤੁਰਦੇ ਨਹੀਂ। ਹੁਣ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨਾਲ ਸੁਰਤ ਨੂੰ ਇਕਾਗਰ ਕੀਤਾ, ਜੋੜਿਆ, ਉਹਨਾਂ ਨੂੰ ਸਾਹਿਬ ਨੇ ਕਿਹਾ ਸਤਿਗੁਰ ਸਿਉ ਚਿੱਤ ਲਾਇਓ, ਤਿੰਨ ਸੁਖ ਵਸਿਆ ਮਨ ਆਏ। ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਆਪਣਾ ਚਿੱਤ ਜੋੜਿਆ, ਜਿਨ੍ਹਾਂ ਨੇ ਸਤਿਗੁਰੂ ਦੇ ਨਾਮ ਨੂੰ ਇਕਾਗਰ ਚਿੱਤ ਹੋ ਕੇ ਜਪਿਆ, ਸਾਹਿਬ ਕਹਿੰਦੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਸੁਖ ਵਸ ਜਾਂਦਾ ਹੈ। ਉਹਨਾਂ ਦੇ ਹਿਰਦਿਆਂ ਦੇ ਅੰਦਰ ਉਹ ਪਰਮ ਆਨੰਦ ਦੀ ਪ੍ਰਾਪਤੀ ਕਰ ਲੈਂਦੇ ਨੇ। ਉਹਨਾਂ ਦਾ ਜੀਵਨ ਜਿਹੜਾ ਉਹ ਆਪਣੇ ਆਪ ਉਸ ਪਾਣੀ ਦੇ ਵਾਂਗ ਜਿਹੜਾ ਨਿਰੰਤਰ ਵਹਿਣ ਦੇ ਵਿੱਚ ਤੇ ਐਨ ਅਡੋਲ ਹੋ ਕੇ ਚੱਲ ਰਿਹਾ ਹੈ।
ਉੱਥੇ ਉਹਨਾਂ ਦੇ ਇਹ ਨਹੀਂ ਵੀ ਅੱਜ ਉਹਨਾਂ ਦੇ ਕੋਈ ਵਿਪਤਾ ਦਾ ਮੁਸੀਬਤ ਦਾ ਸਮਾਂ ਤੇ ਉਹ ਜੀਵਨ ਦੇ ਅੰਦਰ ਕੁਰਲਾ ਉੱਠੇ, ਸੁੱਖ ਦਾ ਸਮਾਂ ਹੈ ਤੇ ਰੱਬ ਕੋ ਕਹਿ ਲੱਗੇ, ਨਹੀਂ, ਉਹਨਾਂ ਦਾ ਜੀਵਨ ਟਿਕਿਆ ਟਿਕਾ ਵਾਲਾ ਜੀਵਨ ਹੈ। ਉਹਨਾਂ ਦੇ ਮਨ ਦੇ ਵਿੱਚ ਸੁੱਖ ਆ ਕੇ ਵਸ ਗਿਆ। ਤੇ ਫਿਰ ਦੂਜੀ ਗੱਲ ਵਿੱਚ ਕਿਰਪਾ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਉਹ ਹਰ ਨਾਮ ਧਿਆਵੈ ਰੰਗ ਸਿਓ, ਹਰ ਨਾਮ ਰਹਿ ਲਿਵ ਲਾਏ। ਉਹਨਾਂ ਨੇ ਹਰੀ ਦੇ ਨਾਮ ਨੂੰ ਬੜਾ ਇਕਾਗਰ ਹੋ ਕੇ ਜਪਿਆ। ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਉਹ ਧਿਆਉਂਦੇ ਨੇ। ਨਾਨਕ ਸਤਿਗੁਰ ਸੋ ਧਨ ਸੌਂਪਿਆ। ਉਸ ਜਿਹੜਾ ਸਤਿਗੁਰੂ ਨੇ, ਪਰਮਾਤਮਾ ਨੇ ਨਾਮ ਦਾ ਧਨ ਸੌਂਪਿਆ, ਦਿੱਤਾ, ਝੋਲੀ ਚ ਪਾਇਆ। ਤੇ ਸਾਹਿਬ ਕਹਿੰਦੇ ਜਿਹੜਾ ਜੀ ਦਾ ਸਾਥੀ ਹੈ, ਜਿਹੜਾ ਨਾਲ ਤੁਰਨ ਵਾਲਾ ਹੈ, ਜਿਹੜਾ ਇਸ ਸੰਸਾਰ ਦੇ ਅੰਦਰ ਇਸ ਆਤਮਾ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਚਾੜ ਦਿੰਦਾ ਹੈ, ਐਸੇ ਸਤਿਗੁਰੂ ਦੇ ਨਾਮ ਦੇ ਨਾਲ ਸਾਹਿਬ ਕਹਿੰਦੇ ਇਕਾਗਰ ਚਿੱਤ ਹੋ ਕੇ ਮੈਂ ਲਿਵ, ਇੱਕ ਲਗਨ ਐਨ ਉਸ ਪਰਮਾਤਮਾ ਵਿੱਚ ਖੁੱਭ ਕੇ ਉਹਦੇ ਨਾਮ ਨੂੰ ਜਪਾਂ। ਪਰਮਾਤਮਾ ਦੀ ਇਬਾਦਤ ਉਸ ਸਤਿਗੁਰੂ ਦੇ ਸ਼ਬਦ ਦੇ ਵਿੱਚ ਚੰਗੀ ਤਰ੍ਹਾਂ, ਸਤਿਗੁਰ ਨਾਮ ਏਕ ਲੇਵ ਮਨ ਜਪੈ ਦ੍ਰਿੜ, ਜਿਹੜਾ ਦ੍ਰਿੜਤਾ ਦੇ ਨਾਲ ਮਨ ਕਰਕੇ, ਕਿਉਂਕਿ ਜ਼ੁਬਾਨ ਕਰਕੇ ਕਿਵੇਂ ਅਸੀਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਵੀ ਹੱਥ ਕਰ ਤੰਤ ਵਜਾਵੈ ਜੋਗੀ, ਤੁਥ ਰਵਾਜੈ ਬੇਨ। ਭਾਵੇਂ ਉਹ ਆਪਣੇ ਹੱਥ ਦੇ ਨਾਲ ਤੰਤ ਫੜ ਕੇ ਆਪਣੇ ਮੂੰਹ ਤੋਂ ਫੂਕ ਮਾਰ ਕੇ ਉਹ ਕੇਵਲ ਔਰ ਕੇਵਲ ਉਹ ਸਾਜ਼ ਨੂੰ ਵਜਾ ਰਿਹਾ ਹੈ। ਉਸ ਸਾਜ਼ ਦੇ ਰਾਹੀਂ ਉਹ ਪ੍ਰਗਟ ਕਰ ਰਿਹਾ ਵੀ ਮੈਂ ਪਰਮਾਤਮਾ ਦੀ, ਮਾਨੋ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸਾਜ਼ ਲੈ ਕੇ ਉਹਨੂੰ ਕੇਵਲ ਵਜਾ ਰਿਹਾ ਹੋਵੇ ਆਪਣੇ ਗਿਆਨ ਦੇ ਨਾਲ। ਤੇ ਸਾਹਿਬ ਕਹਿੰਦੇ ਉਹ ਕਿੰਨਾ ਵੀ ਅਸੀਂ ਆਸਾ ਕੀ ਵਾਰ ਦੀ ਬਾਣੀ ਹੁਣੇ ਸੁਣੀ ਹੈ ਤੇ ਸਤਿਗੁਰੂ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਵੀ ਕੋਈ ਕਿੰਨਾ ਵੀ ਉੱਚੀ ਉੱਚੀ ਗਾਉਂਦਾ ਰਵੇ, ਕਿੰਨਾ ਵੀ ਇਹ ਸੰਸਾਰ ਵਿੱਚ ਉੱਚੀ ਉੱਚੀ ਕੂਕ ਕੇ ਉਹ ਪਰਮਾਤਮਾ ਨੂੰ, ਰੱਬ ਨੂੰ ਸੁਣਾਉਣ ਦਾ ਯਤਨ ਕਰੇ, ਪਰ ਇਹ ਤੇ ਜ਼ਰੂਰੀ ਨਹੀਂ ਵੀ ਜਿਹੜਾ ਜਿੰਨੀ ਉੱਚੀ ਗਾ ਰਿਹਾ ਹੈ, ਜਿੰਨੀ ਉੱਚੀ ਉਹ ਪਰਮਾਤਮਾ ਪ੍ਰਤੀ ਕੁਝ ਸ਼ਬਦ ਉਚਾਰਨ ਕਰ ਰਿਹਾ ਹੈ, ਉਹਦਾ ਹਿਰਦਾ, ਉਹਦਾ ਮਨ ਵੀ ਜੁੜਿਆ ਹੋਵੇ। ਇਹ ਤੇ ਸਾਹਿਬ ਕਹਿੰਦੇ ਗਾਵਹਿ ਗੀਤੇ ਚੀਤ ਅਨੀਤੇ। ਪਰਮਾਤਮਾ ਦੇ ਗੀਤ ਨੂੰ ਕੋਈ ਕਿੰਨਾ ਵੀ ਗਾਉਂਦਾ, ਪਰ ਜੇ ਚੀਤ ਅਨੀਤੇ, ਚਿੱਤ ਦੇ ਵਿੱਚ ਕੁਝ ਹੋਰ ਭਰਿਆ ਹੈ, ਮਨ ਦੇ ਵਿੱਚ ਕੁਝ ਹੋਰ ਹੈ, ਤੇ ਸਾਹਿਬ ਕਹਿੰਦੇ ਫਿਰ ਕਿੰਨਾ ਵੀ ਉੱਚੀ ਉੱਚੀ ਬੰਦਾ ਗਾਉਂਦਾ ਰਵੇ, ਕੁਝ ਵੀ ਉਹ ਪਰਮਾਤਮਾ ਪ੍ਰਤੀ ਉਚਾਰਨ ਕਰਦਾ ਰਵੇ, ਉਹ ਉਸ ਪਰਮਾਤਮਾ ਦੇ ਘਰ ਤੱਕ ਆਵਾਜ਼ ਨਹੀਂ। ਪਰਮਾਤਮਾ ਦੇ ਘਰ ਤੱਕ ਉਹਦਾ ਜ਼ੁਬਾਨ ਤੋਂ ਪ੍ਰਗਟ ਕੀਤੇ ਹੋਏ ਸ਼ਬਦ ਨੇ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ। ਫਿਰ ਕਿਆ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਬੜੀ ਇਕਾਗਰ ਚਿੱਤ ਹੋ ਕੇ ਮਨ ਕਰਕੇ ਜਪਿਆ ਹੈ ਨਾ, ਜਿਨ੍ਹਾਂ ਨੇ ਇਕਾਂਤ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕੀਤੀ ਹੈ, ਉਹਦੇ ਨਾਮ ਨੂੰ ਜਪਿਆ ਹੈ, ਉਹਨਾਂ ਦਾ ਜੀਵਨ ਇਹੋ ਜਿਹਾ ਹੋ ਗਿਆ ਵੀ ਦੁੱਖ ਪਾਪ ਕਹੋ ਕਤ ਹੋਵੈ ਜੀਓ। ਸਾਹਿਬ ਕਹਿੰਦੇ ਵੀ ਉਹਨਾਂ ਦੇ ਜੀਵਨ ਵਿੱਚ ਕੋਈ ਦੁੱਖ, ਕੋਈ ਪਾਪ, ਕੋਈ ਐਸਾ ਦਲਿੱਦਰ, ਕੋਈ ਆਲਸ, ਕੋਈ ਮੁਸੀਬਤ, ਕੋਈ ਵਿਪਤਾ, ਕਿਉਂਕਿ ਸਾਡੇ ਸਾਹਮਣੇ ਇਤਿਹਾਸ ਦੇ ਐਸੇ ਪੰਨੇ ਜਿਨ੍ਹਾਂ ਤੋਂ ਅਸੀਂ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ, ਸਾਨੂੰ ਪਤਾ ਹੈ। ਭਾਵੇਂ ਉਹ ਭਾਈ ਤਾਰੂ ਸਿੰਘ ਦਾ ਇਤਿਹਾਸ ਲੈ ਲਓ, ਭਾਈ ਮਨੀ ਸਿੰਘ ਜੀ ਦਾ ਇਤਿਹਾਸ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਹੋਰ ਅਨੇਕਾਂ ਐਸੇ ਸਿੰਘ ਸਿੰਘਣੀਆਂ ਜਿਨ੍ਹਾਂ ਬਾਬਤ ਅਸੀਂ ਪੜ੍ਹਦੇ ਜਾਂ ਸੁਣਦੇ ਹਾਂ ਵੀ ਕਿਵੇਂ ਉਹਨਾਂ ਤੇ ਕੋਈ ਦੁੱਖ ਘੱਟ ਨਹੀਂ, ਸਰੀਰ ਤੇ ਕੋਈ ਪੀੜਾ, ਕੋਈ ਐਸਾ ਦਰਦ ਘੱਟ ਨਹੀਂ, ਪਰ ਜਿਹੜੇ ਇੱਕ ਲਿਵ ਹੋ ਕੇ ਇਕਾਗਰ ਚਿੱਤ ਹੋ ਕੇ ਦ੍ਰਿੜਤਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਜਿਨ੍ਹਾਂ ਦੇ ਅੰਦਰ ਸਤਿਗੁਰੂ ਦਾ ਗਿਆਨ, ਧਿਆਨ ਤੇ ਸਿਮਰਨ ਸਦਾ ਹੈ, ਜਿਹੜੇ ਉਸ ਪਰਮਾਤਮਾ ਦੇ ਸ਼ਬਦ ਨੂੰ ਦ੍ਰਿੜਤਾ ਦੇ ਨਾਲ ਧਿਆਉਣਾ ਆਰੰਭ ਕਰ ਦੇਣ, ਫਿਰ ਗੁਰੂ ਦੇ ਬਾਬਤ ਵੀ ਅਸੀਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ। ਮਹਾਰਾਜ ਕਹਿੰਦੇ ਗੁਰੂ ਦਾ ਵੀ ਸੁਭਾਅ ਹੈ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਇਹ ਗੁਰੂ ਦਾ ਵੀ ਸੁਭਾਅ ਹੈ ਵੀ ਜਿਹੜਾ ਸਿੱਖ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਿਤ ਕਰਦਾ ਹੈ, ਆਪਣੇ ਆਪ ਨੂੰ ਗੁਰੂ ਅੱਗੇ ਭੇਟਾ ਕਰਦਾ ਹੈ, ਆਪਣੇ ਆਪ ਨੂੰ ਗੁਰੂ ਦੇ ਅੱਗੇ ਰੱਖਦਾ ਹੈ,
फिर उस सिख दी प्रतिपालना सतगुरु आप इस संसार विच करदा है, आप उन्हां ते किरपा करदा है जिन्हां अंदर दृढ़ता पैदा हो जाए, जिन्हां दे अंदर ऐन पक्के तौर ते भी असी केवल और केवल इक्को करते पुरख परमात्मा दी इबादत वाहिगुरू दे नाम नूं, अकाल पुरख दे नाम नूं हिरदे विच ध्याउणा है, किसी होर बाबत नहीं। फिर अगली पंक्ति विच सतगुरु जी ने किरपा कीती, तारन तरन खिन मातर जाको दृष्ट धारै। कहंदे भी हुण जिहड़ा अपने मन विच सतगुरु दे नाम नूं जपदा है, जिहड़ा दृढ़ता दे नाल सतगुरु दे शब्द दी कमाई करदा है, फिर उहदे जीवन दे अंदर कहंदे तारन तरन खिन मातर। इस संसार दे अंदर सतगुरु तारन वाला है, गुरु बोहित है, गुरु जहाज है, ਜਿਹੜਾ इस संसार तो निरंकार दे घर तक भाव सागर तो पार करने वाला है, ਜਿਹੜਾ इस संसार दे अंदर साडे जीवन नूं परमात्मा दे घर तक लैके जाने वाला बोहित है, जहाज है, तारन वाला। साहब कहंदे तारन तरन खिन मातर। हुण ओनू तारन वास्ते, ओनू इस भाव सागर तो पार करन वास्ते, निरंकार दा नाम उहदे हिरदे च प्रगट करन वास्ते कोई बहुता समा नहीं लगदा, कोई बहुते महीने जां घंटे जां कोई सालां दा समा नहीं। महाराज कहंदे खिन मातर, एक निमख मातर दा पलक झमकण जितने दा समा है, इस संसार दे विचों सतगुरु अपने सिख नूं भाव सागर तो, बंधना तो, जंजालां तो आजाद कर दिंदा है, बंद खलासी कर दिंदा है। ते साहब श्री गुरु ग्रंथ साहिब दी पवित्र बाणी विचों पढ़दे आ, महाराज कहंदे भी मेरे वास्ते खेवट भी गुरु है, जहाज भी गुरु है, पर यह भी गल है भी गुरु तो बगैर जे कोई बंदा कहे भी मैं इस भाव सागर तो तर जावां, गुरु तो बगैर जे मैं इस संसार सागर तो पार हो जावां, लंघ जावां, ते साहब दी बाणी ने सानू स्पष्ट समझाया। साहब कहंदे ये नहीं हो सकता, भावें कोई किन्ना भी असी जोगियां दा, सिद्धां दा, तपीसरां दा, मुनीसरां दा जीवन असी पढ़दे आ, एक तो एक उन्होंने बड़ी तप साधिया, बड़ा कुछ जिंदगी दे अंदर उन्हां कीता भी सानू परमात्मा प्राप्त हो जाए, पर जे उन्हां दे जीवन दे अंदर गुरु दा ज्ञान नहीं, जे उन्हां दे जीवन दे अंदर परमात्मा दा शब्द नहीं हुण करन वास्ते, धन गुरु गोबिंद सिंह सच्चे पातशाह जी दी जदों असी बाणी पढ़दे आ ते सवैयां दे विच महाराज ने सानू समझाया भी ओदी दृष्टि दी प्राप्ति वास्ते, ओदी स्वली नदर दी प्राप्ति वास्ते मनुख ने अजय अजय जतन कीते भी मेरे हिरदे दे विच परमात्मा दा नाम आके वस जाए, पर गुरु धारण नहीं कीता। गुरु तो पासे होके, शब्द तो पासे होके अपनी मर्जी दे नाल, ते महाराज दे जदों शब्द पढ़दे ना भी खूक मलहारी गज गधा विभूत धारी, गिदुआ मसान बास करियो ही करत है, घुग्गू मट बासी लगे डोलत उदासी, मृग तरवर सदीव मौन साधे ई मरत है, बिंद के सदैया ताहे हीजते बडैया, देत बंदरा सदीव पाए नांगे ही फिरत है, अंगना अधीन काम क्रोध को परबीन, एक ज्ञान कै विहीन छिन कैसे कै तरत है। महाराज कहंदे भी जे तेरे कोले ज्ञान नहीं ना, तो फिर तू भावें ते गंदगी खा के गुजारा कर, भावें तू जंगलों विच जाके परमात्मा दा किन्ना भी कोई भी ऐसी साधना तप नूं आराधना शुरू कर दे, तप करना शुरू कर दे, नंगे पैरी तुरना शुरू कर दे, तू इस संसार विच कोई भी अजिहा कर्म कर ਜਿਹੜਾ कर्म करन दे नाल दुनिया दे लोग ते कह सकन भी फलाने दा तप बड़ा है, फलाने दी साधना बड़ी है, वो पुट्ठा लमकदा है, वो पैरां 'च जोड़ा नहीं पाउंदा, वो कुछ खांदा नहीं, कुछ पींदा नहीं, इत्यादक इस संसार दे लोकां दे शब्द उस प्रथाए हो सकते हैं, पर कलगीधर महाराज कहंदे एक ज्ञान कै विहीन, एक ज्ञान तो बगैर, गुरु दे शब्द तो बगैर जे कहिए भी वो इस संसार सागर तो इन्नी तपस्या करके, इन्ना वड्डा तप करके, इन्नी साधना साध के जे वो संसार सागर तो पार हो गया होवे, इस संसार तो निरंकार दे घर तक पहुंचा होवे ते नहीं।
ਗੁਰੂ ਹੀ ਇਹ ਸੰਸਾਰ ਵਿੱਚ ਐਸਾ ਜ਼ਰੀਆ ਹੈ ਸਾਡੇ ਜੀਵਨ ਦਾ, ਸਾਡੀ ਆਤਮਾ ਨੂੰ ਪਰਮਾਤਮਾ ਤੱਕ ਲੈ ਕੇ ਜਾਣ ਵਾਲਾ। ਤੇ ਸਾਹਿਬ ਕਹਿੰਦੇ ਉਹ ਤਾਰਨ ਤਰਨ ਖਿਨ ਮਾਤਰ, ਉਹਦੇ ਵਾਸਤੇ ਖਿਨ ਮਾਤਰ ਦਾ ਸਮਾਂ, ਅੱਖ ਝਮਕਣ ਜਿਤਨਾ ਸਮਾਂ, ਪਲ ਭੱਤ ਭੀਤਰ ਦਾ ਸਮਾਂ, ਜਿਹੜਾ ਇਹ ਸੰਸਾਰ ਸਾਗਰ ਤੋਂ ਜਾਕੋ ਦ੍ਰਿਸ਼ਟ ਧਾਰੈ, ਜਿਸ ਤੇ ਪਰਮਾਤਮਾ ਦ੍ਰਿਸ਼ਟੀ ਕਰਦਾ ਹੈ। ਹੁਣ ਅਸੀਂ ਪਵਿੱਤਰ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਵੀ ਜਿਹਦੇ ਤੇ ਸਤਿਗੁਰੂ ਦ੍ਰਿਸ਼ਟੀ ਕਰਦਾ ਹੈ, ਜਿਹਦੇ ਤੇ ਸਤਿਗੁਰੂ ਕਿਰਪਾ ਕਰਦਾ ਹੈ, ਭਾਵੇਂ ਸਤਿਗੁਰੂ ਦੀ ਸਮ ਦ੍ਰਿਸ਼ਟੀ ਬਾਬਤ ਹੈ, ਦਿਵ ਦ੍ਰਿਸ਼ਟੀ ਹੈ, ਅੰਮ੍ਰਿਤ ਦ੍ਰਿਸ਼ਟੀ ਹੈ, ਉਹ ਅਕਾਲ ਪੁਰਖ ਨਿਰੰਕਾਰ ਜਿਹੜੀ ਦ੍ਰਿਸ਼ਟੀ ਕਰਦਾ ਹੈ, ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਰਹਿਮ ਕਰਦਾ ਹੈ, ਤਰਸ ਕਰਦਾ ਹੈ, ਤੇ ਕਹਿੰਦੇ ਵੀ ਉਹਦੀ ਜਾਕੋ ਦ੍ਰਿਸ਼ਟ ਧਾਰ ਹੈ। ਇੱਕ ਦ੍ਰਿਸ਼ਟੀ ਦੇ ਨਾਲ ਅਸੀਂ ਆਸਾ ਕੀ ਵਾਰ ਦਾ ਹੁਣੇ ਕੀਰਤਨ ਸ਼ਰਵਣ ਕੀਤਾ, ਤੇ ਸਾਹਿਬ ਕਹਿੰਦੇ ਵੀ ਜੇ ਤੇ ਉਹ ਪਰਮਾਤਮਾ ਸਵੱਲੀ ਨਜ਼ਰ ਕਰਦਾ ਹੈ, ਰਹਿਮ ਦੀ ਨਜ਼ਰ ਕਰਦਾ ਹੈ, ਕਿਰਪਾ ਕਰਦਾ ਹੈ, ਤੇ ਇਹ ਸੰਸਾਰ ਦੇ ਅੰਦਰ ਉਹ ਆਪਣੀ ਬਖਸ਼ਿਸ਼ ਦੇ ਨਾਲ ਨਿਵਾਜਦਾ ਹੈ। ਪਰ ਜੇ ਉਹ ਪਰਮਾਤਮਾ ਦੀ ਉਪੱਠੀ ਨਜ਼ਰ ਹੋ ਜਾਏ ਤੇ ਫਿਰ ਮਹਾਰਾਜ ਕਹਿੰਦੇ ਵੀ ਵੱਡਿਆਂ ਵੱਡਿਆਂ ਸੁਲਤਾਨਾਂ ਨੂੰ ਇਹ ਸੰਸਾਰ ਵਿੱਚ ਉਹ ਰੁਲਣ ਵੀ ਲਾ ਦਿੰਦਾ ਹੈ। ਕਿੰਨਾ ਵੀ ਉਹਦੀ ਦ੍ਰਿਸ਼ਟੀ, ਤੇ ਜਿਹਦੇ ਤੇ ਉਹ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ, ਸਵੱਲੀ ਨਜ਼ਰ ਕਰਦਾ ਹੈ, ਸ਼ੁਭ ਦ੍ਰਿਸ਼ਟੀ ਕਰਦਾ ਹੈ, ਮਹਾਰਾਜ ਕਹਿੰਦੇ ਇਹ ਸੰਸਾਰ ਸਾਗਰ ਤੋਂ ਇੱਕ ਪਲ ਮਾਤਰ ਦੇ ਸਮੇਂ ਦੇ ਵਿੱਚ ਉਹ ਤਰ ਜਾਂਦਾ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ, ਉਹਨਾਂ ਬੜੇ ਪਿਆਰ ਨਾਲ ਸਾਨੂੰ ਸਮਝਾਇਆ ਵੀ ਪਰਮਾਤਮਾ ਸਾਡੇ ਜੀਵਨ ਵਿੱਚ ਬਹੁਤ ਹੈ, ਜਹਾਜ਼ ਹੈ ਜਿਹੜਾ ਇਹ ਸੰਸਾਰ ਸਾਗਰ ਤੋਂ, ਭਾਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਸਾਨੂੰ ਤਾਰਨ ਵਾਲਾ ਹੈ। ਕਿਉਂਕਿ ਸਾਨੂੰ ਤੇ ਇਸ ਗੱਲ ਦਾ ਕੋਈ ਗਿਆਤ ਨਹੀਂ ਨਾ, ਗਿਆਨ ਨਹੀਂ ਵੀ ਇਹ ਸੰਸਾਰ ਸਮੁੰਦਰ ਤੋਂ ਤਰਨਾ ਕਿਵੇਂ। ਭਗਤ ਨਾਮਦੇਵ ਸਾਹਿਬ ਨੇ ਸਾਨੂੰ ਸਮਝਾਇਆ ਵੀ ਇਹ ਸੰਸਾਰ ਸਮੁੰਦਰ ਦੇ ਵਿੱਚੋਂ ਮੈਂ ਆਪਣੀ ਮੱਤ ਦੇ ਨਾਲ ਨਹੀਂ ਤਰ ਸਕਦਾ। ਇਸ ਵਾਸਤੇ ਬੇਨਤੀ ਕੀਤੀ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਵਿਠਲਾ। ਇਹ ਸੰਸਾਰ ਸਮੁੰਦਰ ਤੋਂ ਹੇ ਗੋਬਿੰਦ, ਹੇ ਪਰਮਾਤਮਾ, ਹੇ ਕਰਤੇ ਪੁਰਖ ਵਾਹਿਗੁਰੂ, ਮੈਨੂੰ ਤੂੰ ਤਾਰ ਸਕਦਾ ਹੈ ਤੇ ਮੇਰੇ ਤੇ ਕਿਰਪਾ ਕਰ, ਦ੍ਰਿਸ਼ਟੀ ਕਰ, ਰਹਿਮ ਕਰ, ਇਹ ਸੰਸਾਰ ਸਾਗਰ ਭਾਵ ਸਾਗਰ ਤੋਂ ਪਾਰ ਕਰ। ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਇਹ ਸਾਨੂੰ ਸਮਝਾਇਆ ਵੀ ਗੁਰੂ ਜੀਵਨ ਵਿੱਚ ਬਹੁਤ ਕਿਵੇਂ ਹੈ। ਗੁਰੂ ਇਹ ਸੰਸਾਰ ਦੇ ਵਿੱਚੋਂ ਤਾਰਦਾ ਕਿਵੇਂ, ਕਹਿੰਦੇ ਘੋਸਲਾ ਮੈਂ ਅੰਡਾ ਤਜ ਉਡਤ ਆਕਾਸ਼ ਚਾਰੀ। ਕਹਿੰਦੇ ਵੀ ਆਲਣੇ ਦੇ ਵਿੱਚ ਆਕਾਸ਼ਚਾਰੀ ਤੋਂ ਭਾਵ ਹੈ ਪੰਛੀ। ਕਹਿੰਦੇ ਵੀ ਆਲਣੇ ਦੇ ਵਿੱਚ ਅੰਡਾ ਤਜ ਕੇ, ਅੰਡਾ ਛੱਡ ਕੇ ਪੰਛੀ ਜਿਹੜਾ ਉਹ ਆਕਾਸ਼ ਵਿੱਚ ਉਡਾਰੀਆਂ ਮਾਰਦਾ, ਉੱਡਦਾ ਹੈ। ਸੰਧਿਆ ਸਮੇਂ ਆਂਡਾ ਹੋਤ ਚੇਤ ਫਿਰ ਆਵਈ। ਸੰਧਿਆ ਦਾ ਸਮਾਂ ਹੋ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਸੂਰਜ ਢਲ ਗਿਆ, ਤੇ ਉਹ ਆਪਣੀ ਸੁਰਤ ਦੇ ਵਿੱਚ, ਆਪਣੇ ਚੇਤੇ ਦੇ ਵਿੱਚ ਫਿਰ ਉਸੇ ਅੰਡੇ ਦੀ ਪ੍ਰੀਤ ਤੇ ਖਿੱਚਿਆ, ਫਿਰ ਕਹਿੰਦੇ ਵੀ ਆਪਣੇ ਆਲਣੇ ਤੇ ਆ ਜਾਂਦਾ ਹੈ। ਦੂਜੀ ਉਦਾਹਰਨ ਵਿੱਚ ਭਾਈ ਸਾਹਿਬ ਕਹਿੰਦੇ ਤਿਰਿਆ ਤਿਆਗ ਸੁੱਤ ਜਾਤ ਬਨ ਖੰਡ ਵਿਖੇ। ਇੱਕ ਇਸਤਰੀ ਕਹਿ ਲੱਗੇ ਵੀ ਆਪਣੇ ਪੁੱਤ ਨੂੰ ਘਰੇ ਛੱਡ ਕੇ ਜੰਗਲ ਦੇ ਵਿੱਚ ਲੱਕੜਾਂ ਵਾਸਤੇ, ਬਾਲਣ ਇਤਿਆਦਿਕ ਉਹ ਇਕੱਠਾ ਕਰਨ ਵਾਸਤੇ, ਇਕੱਤਰ ਕਰਨ ਵਾਸਤੇ ਜਾਂਦੀ ਹੈ। ਪਰ ਕਹਿੰਦੇ ਸੁੱਤ ਕੀ ਸੁਰਤ ਗ੍ਰਹਿ ਆਏ ਸੁਖ ਪਾਵਈ। ਉਹ ਜੰਗਲ ਦੇ ਵਿੱਚ ਗਈ, ਲੱਕੜਾਂ ਇਕੱਠੀਆਂ ਕੀਤੀਆਂ, ਬਾਲਣ ਇਕੱਠਾ ਕੀਤਾ, ਘੰਟਾ 2 ਘੰਟੇ 4 ਘੰਟੇ, ਪਰ ਸੁੱਤ ਕੀ ਸੁਰਤ ਗ੍ਰਹਿ ਆਏ ਸੁਖ ਪਾਵਈ। ਆਪਣੇ ਪੁੱਤਰ ਦੀ ਸੁਰਤੀ ਨੂੰ ਆਪਣੇ ਮਨ ਵਿੱਚ ਰੱਖਿਆ, ਘਰ ਆਈ ਫਿਰ ਸੁਖ ਪ੍ਰਾਪਤ ਕਰਦੀ, ਉਹਨੂੰ ਲਾਡ ਕਰਦੀ ਹੈ। ਤੀਜੀ ਗੱਲ ਭਾਈ ਸਾਹਿਬ ਕਹਿੰਦੇ ਵੀ ਜਿਵੇਂ ਇੱਕ ਜਲ ਦਾ ਕੁੰਡ ਕਰਕੇ, ਜੈਸੇ ਜਲ ਕੁੰਡ ਕਰ ਰਾਖੀਅਤ ਜਲ ਚਰੀ। ਜਿਵੇਂ ਇੱਕ ਜਲ ਦਾ ਕੁੰਡ ਬਣਾ ਕੇ ਉਹਦੇ ਵਿੱਚ ਜਲ ਚਰੀ, ਜਲ ਚਰੀ ਤੋਂ ਭਾਵ ਹੈ ਮੱਛੀ। ਇੱਕ ਪਾਣੀ ਦਾ ਕੁਝ ਬਣਾ ਕੇ, ਟੋਆ ਬਣਾ ਕੇ, ਹੌਜ ਬਣਾ ਕੇ ਉਹਦੇ ਵਿੱਚ ਜਿਹੜਾ ਉਹ ਮੱਛੀ ਨੂੰ, ਜਲ ਚਰੀ ਨੂੰ ਰੱਖਿਆ ਗਿਆ। ਤੇ ਕਹਿੰਦੇ ਜਬ ਚਾਹੇ ਤਬ ਗਹਿ ਲੇਤ ਮਨ ਭਾਵੇ। ਜਦੋਂ ਮਨ ਕਰਦਾ ਹੈ ਉਦੋਂ ਉਹਨੂੰ ਫੜ ਕੇ, ਪਕੜ ਕੇ, ਕੱਟ ਕੇ ਤੇ ਮਨੁੱਖ ਆਪਣੀ ਜ਼ੁਬਾਨ ਦੇ ਚਸਕੇ ਨੂੰ ਪੂਰਾ ਕਰਦਾ ਹੈ। ਇਹਨਾਂ 3 ਗੱਲਾਂ ਤੋਂ ਬਾਅਦ ਭਾਈ ਸਾਹਿਬ ਕਹਿੰਦੇ ਸਾਡਾ ਮਨ ਵੀ ਜਿਹੜਾ ਉਹ ਚੰਚਲ ਬਿਰਤੀ ਵਾਲਾ ਹੈ। ਸਾਡਾ ਮਨ ਵੀ ਦੁਨੀਆ ਦੇ ਅੰਦਰ ਪੰਛੀ ਵਾਂਗ ਉੱਡਣ ਵਾਲਾ ਹੈ, ਕਦੇ ਇਸ ਪਾਸੇ, ਕਦੇ ਉਸ ਪਾਸੇ, ਕਦੇ ਸੰਸਾਰ ਦੇ ਹੋਰ ਪਦਾਰਥਾਂ ਦੇ ਮਗਰ ਦੌੜਦਾ ਹੈ, ਭੱਜਦਾ ਹੈ। ਪਰ ਕਹਿੰਦੇ ਵੀ ਜਿਹੜਾ ਮੇਰਾ ਸਤਿਗੁਰੂ ਹੈ ਨਾ,
ਜਿਹੜਾ ਗੁਰੂ ਬੋਹਿਤ ਹੈ, ਸਤਿਗੁਰੂ ਬੋਹਿਤ ਹੈ, ਗੁਰੂ ਜਹਾਜ਼ ਹੈ, ਮੈਨੂੰ ਇਹ ਸੰਸਾਰ ਸਾਗਰ ਤੋਂ, ਭਾਵ ਸਾਗਰ ਤੋਂ ਪਾਰ ਕਰਨ ਵਾਲਾ। ਜਦੋਂ ਉਸ ਸਤਿਗੁਰੂ ਦਾ ਨਾਮ ਮੇਰੇ ਜੀਵਨ ਦੇ ਅੰਦਰ, ਮੇਰੇ ਹਿਰਦੇ ਦੇ ਅੰਦਰ ਆਉਂਦਾ, ਮੈਂ ਕਮਾਉਂਦਾ ਹਾਂ, ਤੇ ਕਹਿੰਦੇ ਤੈਸੇ ਚਿੱਤ ਚੰਚਲ ਭਰਮਤ ਹੈ ਚਤਰ ਕੁੰਟ, ਸਤਿਗੁਰ ਬੋਹਿਤ ਬਿਹੰਗ ਠਹਿਰਾਵੇ। ਜਿਹੜਾ ਸਤਿਗੁਰੂ ਜੀਵਨ ਦਾ ਬੋਹਿਤ ਹੈ, ਜਹਾਜ਼ ਹੈ, ਬਿਹੰਗ ਤੋਂ ਭਾਵ ਹੈ ਪੰਛੀ, ਠਹਿਰਾਵੀ ਤੋਂ ਭਾਵ ਹੈ ਵਸ ਵਿੱਚ ਆਉਂਦਾ ਹੈ। ਇਹ ਮਨ ਰੂਪੀ ਜਿਹੜਾ ਪੰਛੀ ਉਡਾਰੀਆਂ ਮਾਰਦਾ, ਸੰਸਾਰ ਦੇ ਪਦਾਰਥਾਂ ਮਗਰ ਭੱਜਦਾ ਹੈ, ਦੁਨੀਆ ਦੇ ਪਦਾਰਥਾਂ ਦੀ ਚਾਹਤ ਲੈ ਕੇ ਹਰ ਪਾਸੇ ਦੌੜਨ ਦਾ ਯਤਨ। ਤੇ ਮਹਾਰਾਜ ਕਹਿੰਦੇ ਜੇਕਰ ਉਹ ਸਤਿਗੁਰੂ ਦੀ ਦ੍ਰਿਸ਼ਟੀ ਹੋ ਜਾਏ, ਗੁਰੂ ਕਿਰਪਾ ਕਰਦਾ ਹੈ। ਭਗਤ ਕਬੀਰ ਸਾਹਿਬ ਦੇ ਸ਼ਲੋਕ ਪੜ੍ਹਦੇ ਆ ਤੇ ਭਗਤ ਜੀ ਨੇ ਬੜੇ ਪਿਆਰ ਨਾਲ ਸਾਨੂੰ ਸਮਝਾਇਆ। ਕਹਿੰਦੇ ਵੀ ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਾ ਦਿਸ ਜਾਏ। ਇਹ ਮਨ ਦਾ ਸੁਭਾਅ ਹੈ, ਸੰਸਾਰ ਦੇ ਅੰਦਰ, ਸੰਸਾਰ ਦੇ ਪਦਾਰਥਾਂ ਦੇ ਮਗਰ ਭੱਜਣਾ, ਦੌੜਨਾ, ਹਰ ਇੱਕ ਚੀਜ਼ ਨੂੰ ਇਹ ਪ੍ਰਾਪਤ ਕਰਨ ਦੀ ਚਾਹਤ ਰੱਖਦਾ ਹੈ। ਪਰ ਜਦੋਂ ਗੁਰੂ ਦੇ ਸ਼ਬਦ ਨੂੰ ਪੜ੍ਹਦਾ ਹੈ, ਸਤਿਗੁਰੂ ਦੇ ਸ਼ਬਦ ਨੂੰ ਸੁਣਦਾ ਹੈ, ਤੇ ਮਹਾਰਾਜ ਕਹਿੰਦੇ ਉਹਦੀ ਕਿਰਪਾ ਦੇ ਨਾਲ, ਉਹਦੇ ਸ਼ਬਦ ਨੂੰ ਹਿਰਦੇ ਦੇ ਅੰਦਰ ਵਿਚਾਰਨ ਦੇ ਨਾਲ, ਇਹ ਮਨ ਜਿਹੜਾ ਇਹ ਸੰਸਾਰ ਦੇ ਪਦਾਰਥਾਂ ਤੋਂ ਲਾਂਭੇ ਪਾਸੇ ਹੋ ਜਾਂਦਾ ਹੈ। ਦੁਨੀਆ ਦੇ ਪਦਾਰਥਾਂ ਦੀ ਚਾਹਤ, ਦੁਨੀਆ ਦੇ ਪਦਾਰਥਾਂ ਮਗਰ ਭੱਜਣਾ, ਦੌੜਨਾ, ਸਭ ਕੁਝ ਛੱਡ ਕੇ, ਸਭ ਕੁਝ ਇੱਕ ਪਾਸੇ ਕਰਕੇ ਉਹ ਸਤਿਗੁਰੂ ਦੀ ਦ੍ਰਿਸ਼ਟੀ ਪ੍ਰਾਪਤ ਕਰਨ ਤੇ ਮਹਾਰਾਜ ਕਹਿੰਦੇ ਸ਼ਬਦ ਰਿੱਧ ਵਿਚਾਰੈ। ਸਤਿਗੁਰੂ ਦੀ ਦ੍ਰਿਸ਼ਟੀ ਪ੍ਰਾਪਤ ਕਰਨ ਤੋਂ ਬਾਅਦ ਸ਼ਬਦ ਆਪਣੇ ਹਿਰਦੇ ਦੇ ਅੰਦਰ ਵਿਚਾਰਨਾ ਸ਼ੁਰੂ ਕਰ ਦਿੰਦਾ ਹੈ। ਕੇਵਲ ਪੜਨ ਦੇ ਨਾਲ ਨਹੀਂ, ਅਸੀਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਕਹਿੰਦੇ ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ। ਡਿੱਠੇ ਤੋਂ ਭਾਵ ਹੈ ਵੇਖਣਾ, ਤੱਕ ਲੈਣਾ, ਆਪਣੀਆਂ ਅੱਖਾਂ ਤੋਂ ਦਰਸ਼ਨ ਕਰ ਲੈਣੇ। ਮਹਾਰਾਜ ਕਹਿੰਦੇ ਇਸ ਸੰਸਾਰ ਵਿੱਚ ਜ਼ਰੂਰੀ ਨਹੀਂ ਵੀ ਜਿਹੜਾ ਬੰਦਾ ਆਪਣੀਆਂ ਅੱਖਾਂ ਤੋਂ ਇੱਕ ਵਾਰ ਗੁਰੂ ਦੇ ਡਿੱਠ ਲੈ ਜਾਂ ਦਰਸ਼ਨ ਕਰ ਲੈ, ਮਹਾਰਾਜ ਕਹਿੰਦੇ ਡਿੱਠੇ ਮੁਕਤ ਨਾ ਹੋਵੇ। ਵੇਖਣ ਦੇ ਨਾਲ ਮੁਕਤੀ ਨਹੀਂ, ਵੇਖਣ ਦੇ ਨਾਲ ਸੰਸਾਰ ਸਮੁੰਦਰ ਤੋਂ, ਭਾਵ ਸਾਗਰ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ। ਕਿਵੇਂ ਹੋਵੇਗਾ? ਸ਼ਬਦ ਰਿੱਧ ਵਿਚਾਰੈ। ਸ਼ਬਦ ਨੂੰ ਆਪਣੇ ਹਿਰਦੇ ਦੇ ਅੰਦਰ ਵਿਚਾਰਨਾ ਸ਼ੁਰੂ ਕਰਦਾ ਹੈ। ਜਿੱਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੈ ਵਿਚਾਰ। ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦਾ। ਤੇ ਸ਼੍ਰੀ ਰਾਗ ਵਿੱਚ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਸ਼ਬਦ ਪਾਏ, ਨਾਨਕ ਬੇੜ ਸੱਚ ਕੀ ਤਰੀਐ ਗੁਰ ਵਿਚਾਰ। हे ਨਾਨਕ, ਜਿਹੜਾ ਸੱਚ ਦੀ ਬੇੜੀ ਤੇ ਸਵਾਰ ਹੋ ਜਾਏ, ਜਿਹੜਾ ਸੱਚ ਦੀ ਬੇੜੀ ਤੇ ਆਪਣੇ ਆਪ ਨੂੰ ਸਤਿਗੁਰੂ ਅੱਗੇ ਰੱਖਦਾ ਹੈ ਤੇ ਸ਼ਬਦ ਦੀ ਵਿਚਾਰ ਤਰੀਐ ਗੁਰ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਆਰੰਭ ਕਰਦਾ ਹੈ, ਮਹਾਰਾਜ ਕਹਿੰਦੇ ਉਹਦਾ ਇਹ ਸੰਸਾਰ ਸਾਗਰ ਤੋਂ, ਭਾਵ ਸਾਗਰ ਤੋਂ ਪਾਰ ਉਤਾਰਾ। ਉਹਦੇ ਜੀਵਨ ਦੇ ਅੰਦਰ ਕੋਈ ਐਸੀ ਵਿਪਤਾ ਨਹੀਂ। ਸਾਹਿਬ ਕਹਿੰਦੇ ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ, ਸ਼ਬਦ ਰਿੱਧ ਵਿਚਾਰੈ, ਕਾਮ ਕ੍ਰੋਧ ਖੋਵੈ ਜੀਓ। ਫਿਰ ਆਪਣੇ ਹਿਰਦੇ ਦੇ ਵਿੱਚੋਂ, ਉਹਦੇ ਮਨ ਦੇ ਵਿੱਚੋਂ ਕਾਮ ਕ੍ਰੋਧ, ਜਿਹੜੇ ਪੰਜ ਵਿਕਾਰ ਅਸੀਂ ਪੜ੍ਹਦੇ ਹਾਂ, ਜਾਂ ਚੁਗਲੀ, ਨਿੰਦਾ, ਈਰਖਾ, ਦਵੈਖਤਾ ਇਤਿਆਦਿਕ, ਸਭ ਕੁਝ ਉਹਦੇ ਆਪਣੇ ਆ ਜੀਵਨ ਵਿੱਚੋਂ ਖਤਮ ਕਰ ਦਿੱਤਾ, ਮੁਕਾ ਦਿੱਤਾ। ਇਹਨਾਂ ਤੇ ਉਹਨੇ ਆਪਣੇ ਜੀਵਨ ਵਿੱਚ ਕਾਬੂ ਪਾ ਲਿਆ। ਹੁਣ ਕਾਮ ਉਹਦੇ ਤੇ ਪ੍ਰਭਾਵ ਨਹੀਂ ਪਾਉਂਦਾ, ਕ੍ਰੋਧ ਉਹਦੇ ਤੇ ਪ੍ਰਭਾਵ ਨਹੀਂ ਪਾਉਂਦਾ, ਦੁਨੀਆ ਦੇ ਪਦਾਰਥ ਉਹਦੇ ਤੇ ਪ੍ਰਭਾਵ ਨਹੀਂ ਪਾਉਂਦੇ, ਅਹੰਕਾਰ ਉਹਦੇ ਤੇ ਪ੍ਰਭਾਵ ਨਹੀਂ ਪਾਉਂਦਾ। ਗੁਰੂ ਦੀ ਭੈ ਭਾਵਨੀ ਵਿੱਚ ਚੱਲਦਾ ਹੋਇਆ ਆਪਣਾ ਜੀਵਨ ਉਹ ਬਸਰ ਕਰਦਾ ਹੈ। ਤੇ ਅੱਗੇ ਕਿਹਾ ਜੀਵਨ ਸਬਨ ਦਾਤਾ, ਅਗੰਮ ਗਿਆਨ ਵਿਖਿਆਤਾ। ਫਿਰ ਇਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਸਾਰੇ ਜੀਵਾਂ ਦੇ ਦਾਤੇ ਹੋ। ਜੀਵਨ ਸਬਨ ਦਾਤਾ, ਸਾਰੇ ਜੀਵਾਂ ਦਾ ਦਾਤਾ, ਸਭਨਾਂ ਨੂੰ ਦੇਣ ਵਾਲਾ, ਸਾਰੇ ਸੰਸਾਰ ਦੀ ਪ੍ਰਤਪਾਲਨਾ ਕਰਨ ਵਾਲਾ। ਤੇ ਜਿਹੜਾ ਸਤਿਗੁਰੂ, ਜਿਹੜਾ ਪਰਮਾਤਮਾ ਸਾਰੇ ਸੰਸਾਰ ਦੀ ਪ੍ਰਤਪਾਲਨਾ ਕਰਨ ਵਾਲਾ ਹੈ, ਮਹਾਰਾਜ ਕਹਿੰਦੇ ਅਗੰਮ, ਅਗੰਮ ਕਹਿੰਦੇ ਨੇ, ਗੰਮ ਕਹਿੰਦੇ ਨੇ ਪਹੁੰਚਣਾ। ਅਗੰਮ ਤੋਂ ਭਾਵ ਜਿਹਦੇ ਤੱਕ ਸਾਡੀ ਪਹੁੰਚ ਨਾ ਹੋ ਸਕੇ, ਜਿਹਦੇ ਤੱਕ ਅਸੀਂ ਪਹੁੰਚ ਨਾ, ਭਾਵੇਂ ਉਹ ਕਿਸੇ ਵੀ, ਭਾਵੇਂ ਉਹ ਇੰਦਰੀਆਂ ਕਰਕੇ ਹੋਵੇ, ਭਾਵੇਂ ਉਹ ਕਿਤੇ ਵੀ, ਅਸੀਂ ਪਰਮਾਤਮਾ ਤੱਕ ਸਾਹਿਬ ਕਹਿੰਦੇ ਉਹ ਅਗੰਮ ਹੈ। ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੀ ਅਸੀਂ ਹੁਣ ਤੱਕ ਵਿਚਾਰ ਸਵਈਆਂ ਦੇ ਵਿੱਚੋਂ ਸ਼ਰਵਣ ਕਰਦੇ ਆ ਰਹੇ ਹਾਂ,
सतगुरु दे शब्दां नूं सुणदे आ रहे हैं। हे गुरु रामदास सच्चे पातशाह, तू सारे संसार दा करता है, सारे जीवां दा दाता है, सब नूं देण वाला है। ते महाराज दी बाणी पढ़िए ना ते ਸਾਹਿਬ ਦੇ ਸਾਨੂੰ रोज समझाउंदे भी ਉਹ परमात्मा ਜਿਹੜਾ सारे संसार दा करता है, सब नूं देण वाला है। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਦਾਤਾ ਹਰ ਰੋਜ਼ ਇਹ ਬਚਨ ਝੋਲੀ ਚ ਪਾਉਂਦੇ, ਅਰਦਾਸ ਕਰ ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। हे सतगुरु, हे परमात्मा, मेरे ते ये कृपा बख्शिश रहमत कर भी जेड़ा सारे संसार दा दाता है, जेड़ा मैं अपने हिरदे दे अंदर भरम पाली बैठा है भी आ दाता है, ये देन वाला है, ये दे रहा है, ओदा दिता मैं खा रहा है, एदा दिता फलाना ले रहा है, ये मेरे हिरदे दे विचों, मेरे मन दे विचों भरम खत्म हो जाए। उन्होंने भी तो देन वाला कोई है ना। वो भी तो असी विद्वान जना पासों साखी सुनते हैं ना भी जेड़ा राजा सवेरे मोहरां दी टोकरी भर के अपने तख्त ते बैठदा है ते लंबी लैन जिहड़ी वो लगी है, कोई आउंदा है राजे नूं जिहो जे शब्द उचारण करदा है उहदे प्रति उहनूं कोई 2 मोहरां 3 मोहरां, जेड़ा कोई और 1 मोहर इदा दे दे तोरी जांदा है। ते ओह कहंदे भी जदों एक फकीर राजे दे सामने आया, चुप करके वो खड़ा होया, ना राजे प्रति उन्हें कुछ चंगा बोलिया ना माड़ा बोलिया, ना उन्हें उहदे प्रति कुछ उहदी उपमा की, ना कोई उहदे किसी प्रति हेठी की, चुप करके वो खड़ा है। ते जेड़े उहदे राजे दे कोल वजीर खड़ा है, उहदा चाकर खड़ा है, उन्हें उसनूं कहा भी हे फकीरा तू अपनी झोली कर, बुक कर भी तेरे झोली जां तेरे बुक दे विच राजा कुछ मोहरां पा सके, कुछ दे सके। वो कहंदा भी नहीं, मैं इस मनुख दे अगे, इस बंदे दे अगे झोली जां बुक नहीं, मैं इहदे अगे कुछ 1 मोहर वास्ते जां 2 3 4 5 मोहरां दी प्राप्ति वास्ते अपनी झोली इहदे अगे करां, इहदे अगे मैं बुक करां भी मैनू ये कुछ दवे ते इहदा दिता मैं कुछ महीने कुछ साल जिहड़ा वो अपना जीवन बसर कर सकां, बाद विच भी ते मैनू जीवन बसर करना पैना है ना। वो कहते फिर तू की आखना, वो कहता भी मैं तो इको जेड़ा सारे संसार नूं जेड़ा इस राजे नूं भी दे रहा है, जेड़ा इनू भी दे रहा है, जिहदा दित्तियां ये मोहरा लोकां दे विच दे रहा, वंड रहा है, ठीक अपने वल्लों ये कर्म चंगा कर रहा है, पर मैं अपनी झोली अपना बुक इहदे अगे नहीं करांगा। मैं सिर्फ वो परमात्मा जेड़ा सारे संसार दा, जेड़ा पूरे जगत दा करता है। जदों सतगुरु नानक साहब सच्चे पातशाह भाई मरदाने नूं नाल लैके उदासियां ते तुरन लगे ने, ते बाबे मरदाने ने बाबे नानक दे अगे बेनती कीती भी सतगुरु मैं तुहाडा सेवक बन के तुहाडे नाल तुरन लगा है, ते मैनू कुछ ऐसा उपदेश मेरी झोली विच पा, कुछ ऐसी गल जिन्हों मैं हर वक्त अपने पल्ले बन छड्डां, जिन्हों मैं हर वक्त अपने ध्यान च रखां भी आ गल विशेष मेरे सतगुरु ने मैनू कही है, ये गल मेरे जीवन विचों विसरे ना, भुले ना। ते सतगुरु नानक साहब पातशाह ने यह शब्द कह सन भी मरदानिया जदों भी झोली अड्डनी उस करतार दे अगे, उस परमात्मा दे अगे, परमात्मा तो बगैर किसी मनुख दे अगे अपने हाथ नहीं अड्डने, परमात्मा तो बगैर किसी मनुख दे अगे अपनी झोली नहीं करनी। जेड़ा सारे संसार दा करता है, जेड़ा पूरे जगत नूं जीवां नूं देण वाला है, उहदे बाबत जिन्हों धन गुरु अर्जन देव साहब ने कहा तुम दाते ठाकुर प्रतपालक नायक खसम हमारे। हे सतगुरु तू नायक तो भाव है आगू, सब तो उच्चा, सब तो वड्डा। हे परमात्मा, हे सतगुरु तू इस संसार दे अंदर सब तो वड्डा, सब तो उच्चा देण वाला है, ते तेरे वर्गा दाता दुनिया विच होर कोई नहीं। असी पवित्र तुहानू ये शब्द याद भी होवणगे, मैं चारे कुंडा भालियां तुद जेवड ना साइयां। हे सतगुरु, हे परमात्मा तेरे वर्गा संसार विच कोई दूजा नहीं। महाराज कहंदे जीवन सबन दाता अगम ज्ञान विख्याता, ऐनस ध्यान धावै पलक ना सोवै जियो। कहंदे एह निस दिन ते रात ध्यान धावै, ध्यान धावै तो भाव जिथे वो आप परमात्मा दे ध्यान नूं धरदा है, उत्थे उहदे बाबत असीं बड़ी वार शब्द पढ़दे ते सुणदे आ। महाराज कहंदे भी जन नानक धूड़ मंगै तिस गुरसिख की, जो आप जपै
अवरहा नाम जपावै। ਜਿਹੜਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਉਸ ਕਰਤੇ ਪੁਰਖ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਔਰ ਦਿਨ ਰਾਤ ਇਕਾਗਰ ਹੋ ਕੇ ਇਕਾਂਤ ਚਿੱਤ ਹੋ ਕੇ ਸਾਵਧਾਨ ਹੋ ਕੇ ਮਹਾਰਾਜ ਕਹਿੰਦੇ ਅਹਨਿਸ ਧਿਆਨ ਧਾਵੈ, ਦਿਨ ਰਾਤ ਉਸ ਪਰਮਾਤਮਾ ਦੇ ਧਿਆਨ ਨੂੰ ਧਰਦਾ ਹੈ। ਤੇ ਉਹ ਸਤਿਗੁਰੂ ਸਾਨੂੰ ਵੀ ਆਖਦਾ ਵੀ ਭਲਿਓ ਜਿੱਥੇ ਆਪ ਪਰਮਾਤਮਾ ਦੇ ਧਿਆਨ ਨੂੰ ਧਰਨਾ ਹੈ, ਜਿੱਥੇ ਆਪ ਉਸ ਕਰਤੇ ਪੁਰਖ ਵਾਹਿਗੁਰੂ ਦੀ ਇਬਾਦਤ ਕਰਨੀ, ਉਹਦਾ ਨਾਮ ਜਪਣਾ ਹੈ, ਉੱਥੇ ਹੋਰਾਂ ਦੇ ਅੰਦਰ ਵੀ ਅਵਰਾਂ ਦੇ ਵਿੱਚ ਵੀ ਜਿੰਨਾ ਇਸ ਪਰਮਾਤਮਾ ਦੇ ਨਾਮ ਨੂੰ ਜਪ ਸਕਦੇ ਜਪਾ ਸਕਦੇ, ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਵਾਂ। ਮਹਾਰਾਜ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ ਜੀਵਨ ਸਭਨ ਦਾਤਾ ਅਗੰਮ ਗਿਆਨ ਬਖਿਆਤਾ ਐਨਸ ਧਿਆਨ ਧਾਵੈ ਪਲਕ ਨਾ ਸੋਵੈ ਜੀਓ। ਤੇ ਉਹ ਗਾਫਲਤਾ ਦੀ ਨੀਂਦ ਵਿੱਚ ਨਹੀਂ ਸੌਂਦਾ, ਭਾਵ ਉਹ ਦੁਨੀਆ ਦੇ ਪਦਾਰਥਾਂ ਦੇ ਸੰਸਾਰ ਦੇ ਪਦਾਰਥਾਂ ਦੇ ਮਗਰ ਨਹੀਂ, ਉਹ ਇਸ ਜਗਤ ਦੇ ਅੰਦਰ ਸਦਾ ਸੁਚੇਤ ਹੋ ਕੇ ਆਤਮਿਕ ਤੌਰ ਤੇ ਅਧਿਆਤਮਿਕੀ ਤੌਰ ਤੇ ਸਦਾ ਸੁਚੇਤ ਹੋ ਕੇ ਪਰਮਾਤਮਾ ਦੀ ਆਰਾਧਨਾ ਕਰਦੇ ਨੇ, ਗੁਰੂ ਅਕਾਲ ਪੁਰਖ ਦੇ ਨਾਮ ਨੂੰ ਧਿਆਉਂਦੇ ਨੇ। ਤੇ ਅਗਲੀ ਪੰਕਤੀ ਚ ਕਿਹਾ ਜਾ ਕੋ ਦੇਖਤ ਦ੍ਰਿਦਰ ਜਾਵੇ। ਭੱਟ ਸਾਹਿਬਾਨ ਕਹਿੰਦੇ ਵੀ ਜਿਸ ਗੁਰੂ ਨੂੰ ਵੇਖਦੇ ਆ ਮੇਰੇ ਜੀਵਨ ਅੰਦਰੋਂ ਦ੍ਰਿਦਰ ਖਤਮ ਹੋ ਜਾਵੇ, ਮੇਰੇ ਜੀਵਨ ਦੇ ਅੰਦਰੋਂ ਆਲਸ ਮੁੱਕ ਜਾਵੇ, ਮੇਰੇ ਜੀਵਨ ਦੇ ਅੰਦਰੋਂ ਪਾਪ ਖਤਮ ਹੋ ਜਾਏ, ਮੇਰੇ ਜੀਵਨ ਦੇ ਅੰਦਰ ਜਿਹੜੀ ਮੇਰੇ ਅੰਦਰ ਪਰਾਈ ਤਾਤ ਹੈ ਉਹ ਮੁੱਕ ਜਾਏ। ਤੇ ਪਾਤਸ਼ਾਹ ਨੇ ਕਿਰਪਾ ਕੀਤੀ ਜਾ ਕੋ ਦੇਖਤ ਦ੍ਰਿਦਰ ਜਾਵੇ। ਜਿਸ ਸਤਿਗੁਰੂ ਦੇ ਦਰਸ਼ਨ ਕੀਤੇ ਆ, ਜਿਸ ਸਤਿਗੁਰੂ ਨੂੰ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕੀਤੇ ਆ, ਜਿਸ ਗੁਰੂ ਦਾ ਸ਼ਬਦ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤੇ ਆ, ਮੇਰੇ ਜੀਵਨ ਦੇ ਵਿੱਚੋਂ ਦੁੱਖ ਦਰਿਦਰ ਖਤਮ ਹੋ ਜਾਣ। ਮਹਾਰਾਜ ਦੀ ਬਾਣੀ ਇਸੇ ਪਾਵਨ ਸਵਈਆਂ ਵਿੱਚੋਂ ਇੱਕ ਪੰਕਤੀ ਆਪ ਜੀ ਪੜੋਗੇ। ਮਹਾਰਾਜ ਨੇ ਇਹ ਸ਼ਬਦ ਸਾਡੀ ਝੋਲੀ ਵਿੱਚ ਪਾਏ, ਕਹਿੰਦੇ ਵੀ ਜਿਹੜੇ ਸਤਿਗੁਰੂ ਨੂੰ ਬਚਨ ਕਰਕੇ ਸਿਮਰਦੇ ਨੇ ਨਾ, ਬਾਚਾ ਸਿਮਰੰਤ ਤੁਝੈ, ਜਿਹੜੇ ਬਚਨ ਕਰਕੇ ਸਤਿਗੁਰੂ ਜੀ ਤੈਨੂੰ ਯਾਦ ਕਰਦੇ ਨੇ, ਸਿਮਰਦੇ ਨੇ, ਧਿਆਉਂਦੇ ਨੇ, ਤਿੰਨ ਦੁੱਖ ਦਰਿਦਰ ਮਿਟਿਓ ਕਿਨ। ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚੋਂ ਦੁੱਖ ਦਰਿਦਰ ਇੱਕ ਖਿਣ ਦੇ ਵਿੱਚ ਖਤਮ ਹੋ ਗਏ। ਜਿਹੜੇ ਬਚਨ ਕਰਕੇ ਸਤਿਗੁਰੂ ਨੂੰ ਚੇਤੇ ਕਰਨ, ਬਚਨ ਤੋਂ ਭਾਵ ਜਿਹੜਾ ਸ਼ਬਦ ਆਪਣੇ ਹਿਰਦੇ ਦੇ ਵਿੱਚ ਧਿਆ ਲੈ, ਸ਼ਬਦ ਆਪਣੇ ਜੀਵਨ ਦਾ ਆਧਾਰ ਬਣਾ ਲੈ, ਸ਼ਬਦ ਤੋਂ ਬਗੈਰ ਉਹਦਾ ਜੀਵਨ ਆਰੰਭ ਹੀ ਨਾ ਹੋਏ। ਅਸੀਂ ਗੁਰੂ ਸਾਹਿਬ ਦਾ ਹੁਕਮ ਸਰਵਣ ਕਰਦੇ ਆ, ਬਾਹਰ ਲਿਖ ਕੇ ਵੀ ਲਾਇਆ ਜਾਂਦਾ ਇਸ ਵਾਸਤੇ ਵੀ ਗੁਰਸਿੱਖ ਆਏ ਇਸ ਹੁਕਮ ਨੂੰ ਆਪਣੇ ਜੀਵਨ ਵਿੱਚ ਕਮਾਏ ਵੀ ਮੇਰੇ ਸਤਿਗੁਰੂ ਨੇ ਅੱਜ ਆ ਉਪਦੇਸ਼ ਮੇਰੀ ਝੋਲੀ ਵਿੱਚ ਪਾਇਆ ਤੇ ਮੈਂ ਕਮਾਉਣਾ ਹੈ। ਇਹ ਨਾ ਹੋਵੇ ਵੀ ਜਿਵੇਂ ਅਸੀਂ ਪਵਿੱਤਰ ਬਾਣੀ ਚੋਂ ਪੜ੍ਹਦੇ ਆ ਵੀ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਬਚਨ ਜਿਹੜੀ ਝੋਲੀ ਚ ਪਾਏ ਵੀ ਗੁਰੂ ਨੂੰ ਵੇਖਦਿਆਂ ਗੁਰੂ ਦੇ ਦੀਦਾਰ ਕੀਤਿਆਂ ਦਰਿਦਰ ਖਤਮ ਹੁੰਦੇ ਨੇ। ਪਰ ਇਹ ਨਹੀਂ ਵੀ ਜੇ ਕੋਈ ਆਪਣਾ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ, ਇਹ ਸਤਿਗੁਰੂ ਦੀ ਪਵਿੱਤਰ ਬਾਣੀ ਦੇ ਸ਼ਬਦ ਨੇ। ਮਹਾਰਾਜ ਕਹਿੰਦੇ ਕਿੰਨੇ ਵੀ ਸਤਿਗੁਰੂ ਨੂੰ ਪੂਜਣ ਵਾਸਤੇ ਸਤਿਗੁਰੂ ਨੂੰ ਸੇਵਨ ਵਾਸਤੇ ਆਰਾਧਨਾ ਵਾਸਤੇ ਆ ਰਹੇ ਨੇ ਤੇ ਉੱਤਮ ਬਾਣੀ ਆਪਣੀ ਜ਼ੁਬਾਨ ਤੋਂ ਪੜ੍ਹਦੇ ਵੀ ਨੇ। ਨਿਤਨੇਮ ਕਰਨਾ, ਬਾਣੀ ਸੁਣਨੀ, ਬਾਣੀ ਪੜ੍ਹਨੀ, ਸੇਵਾ ਕਰਨੀ, ਇਹ ਸਾਰੇ ਕਰਮ ਸਿੱਖ ਨੇ ਆਪਣੇ ਜੀਵਨ 'ਚ ਧਾਰਨ ਕਰਨੇ ਹੈ। ਪਰ ਸਾਹਿਬ ਦੀ ਬਾਣੀ ਕਹਿੰਦੀ ਇਹ ਨਾ ਹੋਵੇ ਵੀ ਕੁਝ ਘੜੀਆਂ ਗੁਰੂ ਦਰਬਾਰ ਵਿੱਚ ਬੈਠ ਕੇ ਕਥਾ ਸੁਣੀ, ਕੀਰਤਨ ਸੁਣਿਆ, ਨਿਤਨੇਮ ਦਾ ਪਾਠ ਕੀਤਾ ਜਾਂ ਸੁਣ ਲਿਆ, ਸੇਵਾ ਕੀਤੀ, ਕੁਝ ਘੜੀਆਂ ਆਏ ਤੇ ਇੱਥੇ ਸਿਰਫ ਅਸੀਂ ਕਹੀਏ ਵੀ ਪਰਮਾਤਮਾ ਸਤਿਗੁਰੂ ਮੇਰੇ ਕਰਮ ਨੂੰ ਵੇਖਦਾ ਹੈ ਤੇ ਗੁਰਦੁਆਰਿਓਂ ਬਾਹਰ ਮੈਂ ਆਪਣੀ ਮਰਜ਼ੀ ਨਾਲ ਤੁਰ ਸਕਦਾ ਨਹੀਂ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਦੇ ਦਰਸ਼ਨ, ਜਿਨ੍ਹਾਂ ਨੇ ਸਤਿਗੁਰੂ ਦੇ ਦੀਦਾਰ ਇੱਕ ਵਾਰ ਕੀਤੇ, ਬਾਬੇ ਲਹਿਣੇ ਨੇ ਇੱਕ ਵਾਰ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ਬਦ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ। ਧੰਨ ਗੁਰੂ ਅਮਰਦਾਸ ਸਾਹਿਬ, ਬਾਬਾ ਜੇਠਾ ਜੀ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਹੋਰ ਅਨੇਕਾਂ ਸਿੱਖਾਂ ਦਾ ਜੀਵਨ ਅਸੀਂ ਪੜ੍ਹਦੇ ਹਾਂ। ਇੱਕ ਵਾਰ ਜਿਨ੍ਹਾਂ ਨੇ ਸ਼ਬਦ ਆਪਣੇ ਕੰਨਾਂ ਰਾਹੀਂ ਸੁਣਿਆ ਤੇ ਇਹਨਾਂ ਦੀਦਿਆਂ ਤੋਂ ਇੱਕ ਵਾਰ ਦੀਦਾਰ ਕੀਤਾ, ਫਿਰ ਉਹ ਮੁੜ ਕੇ ਕਿਸੇ ਹੋਰ ਦਰ ਵੱਲ, ਕਿਸੇ ਹੋਰ ਵਾਲੇ ਪਾਸੇ ਉਹਨਾਂ ਦਾ ਜੀਵਨ ਨਹੀਂ ਤੁਰਿਆ। ਸਿਰਫ ਇੱਕ ਵਾਰ ਜਿਸ ਗੁਰੂ ਨੂੰ ਆਪਣੇ ਮਨ ਦੀਆਂ ਅੱਖਾਂ ਤੋਂ ਇੱਕ ਵਾਰ ਦੀਦਾਰ ਕਰ ਲੈ, ਦਰਸ਼ਨ ਕਰ ਲੈ, ਮਨ ਕਰਕੇ ਜਿਨੇ ਇੱਕ ਵਾਰ ਸਤਿਗੁਰੂ ਨੂੰ ਡਿੱਠ ਲਿਆ,
ਤੇ ਮਹਾਰਾਜ ਕਹਿੰਦੇ ਜਾਕੋ ਦੇਖਤ ਦਰਿਦਰ ਜਾਵੇ, ਨਾਮ ਸੋ ਨਿਧਾਨ ਪਾਵੇ, ਗੁਰਮੁਖ ਗਿਆਨ ਤੇ ਅੱਗੇ ਕਿਹਾ ਦੁਰਮਤ ਮੈਲ ਧੋਵੈ ਜੀਓ। ਮਹਾਰਾਜ ਕਹਿੰਦੇ ਜਿਹੜਾ ਸਤਿਗੁਰੂ ਨੂੰ ਦੇਖਦਾ ਹੈ ਨਾ ਤੇ ਵੇਖਦਿਆਂ ਉਹਦੇ ਜੀਵਨ ਦੇ ਵਿੱਚੋਂ ਦਰਿਦਰ ਖਤਮ ਹੋ ਗਿਆ, ਆਲਸ ਖਤਮ ਹੋ ਗਿਆ, ਵੈਰ ਵਿਰੋਧ ਖਤਮ ਹੋ ਗਿਆ, ਕਾਮ ਕ੍ਰੋਧ ਇਹ ਵਿਕਾਰ ਖਤਮ ਹੋ ਗਏ ਤੇ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ। ਨਾਮ ਸੋ ਨਿਧਾਨ ਪਾਵੇ, ਨਾਮ ਦਾ ਖਜ਼ਾਨਾ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਿਆ, ਵਸਾ ਲਿਆ। ਤੇ ਕਹਿੰਦੇ ਵੀ ਫਿਰ ਜਿਹੜਾ ਗੁਰਮੁਖ ਗਿਆਨ ਦੀ ਪ੍ਰਾਪਤੀ ਕਰ ਲੈਂਦਾ ਹੈ, ਜਿਹੜਾ ਗੁਰਮੁਖ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ, ਦੁਰਮਤ ਮੈਲ ਧੋਵੈ ਜੀਓ। ਦੁਰਮਤ, ਦੁਰਮਤ ਤੋਂ ਭਾਵ ਹੈ ਭੈੜੀ ਮਤ, ਖੋਟੀ ਮਤ, ਜਿਹੜੀ ਮਤ ਗੁਰੂ ਦੀ ਮਤ ਤੋਂ ਪਾਸੇ ਲੈ ਜਾਏ, ਜਿਹੜੀ ਮਤ ਇਹ ਅਸੀਂ ਮਨਮਤ ਕਹਿ ਲਈਏ, ਦੁਰਮਤ ਕਹਿ ਲਈਏ, ਭੈੜੀ ਮਤ ਕਹਿ ਲਈਏ, ਖੋਟੀ ਮਤ ਕਹਿ ਲਈਏ, ਭਾਵ ਕਿ ਜਿਹੜੀ ਮਤ ਸਾਨੂੰ ਸਾਧ ਸੰਗਤ ਤੋਂ, ਗੁਰੂ ਦੇ ਸ਼ਬਦ ਤੋਂ, ਨਾਮ ਤੋਂ ਪਾਸੇ ਲੈ ਜਾਏ, ਦੁਨੀਆ ਦੇ ਪਦਾਰਥਾਂ ਵੱਲ ਲੈ ਜਾਏ, ਉਹ ਦੁਰਮਤ, ਉਹ ਭੈੜੀ ਮਤ ਗੁਰੂ ਦੇ ਦੀਦਾਰ ਕੀਤਿਆਂ, ਗੁਰੂ ਦਾ ਸ਼ਬਦ ਪੜਿਆ ਸਾਡੇ ਹਿਰਦੇ ਦੇ ਵਿੱਚੋਂ, ਸਾਡੇ ਮਨ ਦੇ ਵਿੱਚੋਂ ਖਤਮ ਹੋ ਜਾਂਦੀ ਹੈ। ਸਾਡੇ ਹਿਰਦੇ ਦੇ ਵਿੱਚੋਂ ਮਤ ਖਤਮ ਹੋ ਗਈ। ਤੇ ਜੇ ਕੋਈ ਬੰਦਾ ਕਹੇ ਵੀ ਮੈਂ ਗੁਰੂ ਦੇ ਨਾਮ ਤੋਂ ਬਗੈਰ ਇਸ ਭੈੜੀ ਮਤ ਨੂੰ ਪਾਸੇ ਕਰ ਲਾਂ, ਤੇ ਨਹੀਂ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦੇ ਅਸੀਂ ਬਚਨ ਪੜ੍ਹਦੇ ਹਾਂ ਨਾ, ਤੇ ਭਾਈ ਸਾਹਿਬ ਨੇ ਕਿਹਾ ਵੀ ਜੈਸੇ ਜਿਵੇਂ ਪਵਨ ਦੇ ਨਾਲ, ਹਵਾ ਦੇ ਨਾਲ ਗੁੱਡੀਆ ਪਤੰਗ ਉੱਡਦਾ ਹੈ, ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। डोरी की मरोर जैसे लटुआ फिरत रहे, ताऊ हाउ मिटे गिर परे हुए थकत है। कंचन अशुद्ध जो कुठारी ठहरात नहीं, सिद्ध पै नेचल शब कै शकत है। ते अगे क्या तैसे दुर्मत भरमत चतुरकुंट, दुबदा दुर्मत भरमत चतुरकुंट। इसे तरह भाई साहब कहते दुबदा दे विच, दुर्मत दे विच, भैड़ी मत दे विच मनुख हर वक्त भरमदा है, भटकदा है। पर कहते गुरमत एक टेक मोन ना बकत है। जदों गुरु दी मत नूं प्राप्त कर लिया, जदों गुरु दा शब्द अपने जीवन दे अंदर हिरदे दे विच वसा लिया, धारण कर लिया, ते गुरु दी मत प्राप्त करके फिर महाराज कहते ये दुरमत, जिवें साहिब दी पवित्र बाणी विचों पढ़दे आ, महाराज कहते भी इस हिरदे रूपी भांडे दे विच गुरु दा अमृत नाम समाउणा है, पाउणा है, ते इहदी सफाई करना, इहदे विचों गंदगी बाहर कढना अति लाजमी। ते जदों एक बार गुरु दी मत ने इस दुरमत नूं, भैड़ी मत नूं खत्म कर दिता, इस मैल नूं धो दिता, भांडा साफ हो गया, हिरदा जिहड़ा वो शुद्ध हो गया, फिर साडी वेखनी, साडी बोलनी, साडी करनी, साडा दुनिया च विचरना, साडा दुनिया दे अंदर, इस संसार दे अंदर जिस स्वरूप नूं सतगुरु ने बनाया, गुरु नानक साहब सच्चे पातशाह ने जिस मूर्त नूं साजिया, फिर इस संसार दे अंदर तुरदियां फिरदियां अपने आप दे विच एक पूर्ण सिख दे रूप दे विच जदों ये दुरमत खत्म हो गई, गुरमत ने साडे हिरदे विच घर कर लिया, भांडा साफ शुद्ध हो गया। फिर अंत विच फिर सानू दृढ़ता बख्शी, फिर समझाया सतगुर नाम एक लिव मन जपै दृढ़, तिन जन दुख पाप कहो कत होवै जियो। फिर पहली पंक्ति नूं अंत विच फिर साडे सामने रखिया भी भलिओ जेकर सतगुरु दे नाम नूं लगन दे नाल एन सतगुरु दी बाणी विच खुब के, गुरु दी बाणी इकागर चित हो के सतगुरु दे शब्द नूं सुनिया, सतगुरु दे नाम दे विच लेव अपनी सुरत नूं जोड़िया, मन करके, दृढ़ता करके, बचना करके गुरु दे शब्द नूं ध्याया, फिर उस जीवन दे अंदर कोई हाय हाय वाला जीवन नहीं रह जांदा, कुछ ऐसे उन्हां दे जीवन विच कोई कर्म, कोई पाप नहीं रह जांदा जिहड़ा इस संसार दे अंदर भ्रमणा दे विच, दुबदा दे विच, भटकना दे विच पादा है। उस सिख दा जीवन जिहड़ा वो इस पवित्र सवैये दे वांग भी वो सतगुरु इस संसार दे विचों उन्हां दे ਜਿਹੜੇ बेड़े है वो संसार सागर तो पार करता है, विकारां तो, दुनिया के पदार्थां तो जिहड़ा वो आज़ाद करदे, बंद खलासी करते ने। इस पावन सवैये राही पट नल साहब ने जो सानू समझाउण दा यतन कीता, सतगुरु कृपा करन, बख्शिश करन, पावन बचन साडे हिरदियां अंदर घर कर जान।
ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਜਿਹੜਾ ਉਹ ਬਸਰ ਕਰ ਸਕੀਏ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਜੀ। ਬਖਸ਼ ਦੇਣਾ, ਬਖਸ਼ੋ ਅਸੀਸ, ਬੁਲਾਓ ਫਤਿਹ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।